मेरे नाल ने हरविंदर सिंह जी ਜਿਹੜੇ ਸੁਮੇਧ ਸੈਣੀ ਦੇ ਤਸ਼ੱਦਦ ਦਾ ਆਪਣੇ ਆਪ ਨੂੰ ਸ਼ਿਕਾਰ ਦੱਸਦੇ ਨੇ ਤੇ ਹੋਰ ਬਹੁਤ ਸਾਰੇ ਖੁਲਾਸੇ ਇਹਨਾਂ ਨੇ ਕੀਤੇ ਨੇ ਤੇ ਉਹ ਖੁਲਾਸੇ ਹੁਣ ਕੈਮਰੇ ਤੇ ਵੀ ਕਰਨਗੇ। ਨਾਲ ਦੀ ਨਾਲ ਹੀ ਫਾਇਰ ਹੋ ਗਏ ਤੇ ਜਦੋਂ ਸਾਹਮਣੇ ਤੋਂ ਮੇਰੇ ਵੱਲ ਨੂੰ ਐਸਐਸਪੀ ਸੁਮੇਧ ਸੈਣੀ ਆਇਆ ਤਾਂ ਉਹਦੇ ਛਾਤੀ ਤੇ ਲਾਲ ਖੂਨ ਲੱਗਿਆ ਹੋਇਆ ਸੀ, ਹੱਥ ਵਿੱਚ ਪਿਸਟਲ ਸੀਗਾ। ਸਾਡੇ ਕੋਲ ਕਿਸੇ ਕੋਲ ਹਥਿਆਰ ਕੋਈ ਨਹੀਂ ਸੀ ਹੈਗਾ, ਲੇਕਿਨ ਉਹਨਾਂ ਨੂੰ ਫੜਿਆ ਵੀ ਜਾ ਸਕਦਾ ਸੀ, ਪਰ ਉਹਨਾਂ ਨੇ ਤਾਂ ਧੱਕੇ ਦੇ ਨਾਲ ਇਨਕਾਊਂਟਰ ਕਰਤਾ ਉਹਨਾਂ ਨੇ। ਇਹ ਦਾਅਵਾ ਕਰਦੇ ਹੋ ਤੁਸੀਂ ਮਤਲਬ ਕਿ ਵੀ ਇਹ ਸੁਮੇਧ ਸੈਣੀ ਨੇ ਹੀ ਕੀਤਾ? ਇਹ ਬਿਲਕੁਲ ਜੀ ਮੇਰੇ ਸਾਹਮਣੇ ਹੋਇਆ, ਜੋ ਵੀ ਹੋਇਆ। ਉਹਨੇ ਮੈਨੂੰ ਆ ਕੇ ਕਿਹਾ ਵੀ ਸੁਮੇਧ ਸੈਣੀ ਨੇ ਵੀ ਤੇਰੇ ਨਾਲ ਵਾਲੇ ਤਾਂ ਮਾਰਤੇ, ਤੈਨੂੰ ਵੀ ਥੋੜ੍ਹੇ ਦਿਨਾਂ ਦੇ ਵਿੱਚ ਫੜਕਾ ਦੇਣਾ। ਤਸ਼ੱਦਦ ਇੱਦਾਂ ਜੀ, ਸਾਰੇ ਕੱਪੜੇ ਪਾੜ ਕੇ ਗੇਰ ਦਿੰਦੇ ਆ, ਲਾ ਦਿੰਦੇ ਆ ਜੀ। ਉਸ ਤੋਂ ਬਾਅਦ ਫਿਰ ਇਹ ਚੱਡੇ ਜਿਹੜੇ ਲੱਤਾਂ ਹੁੰਦੀਆਂ ਉਹ ਇੱਦਾਂ ਪਿੱਛੇ ਤੋਂ ਵਾਲ ਬੰਨ੍ਹ ਲੈਂਦੇ ਆ। ਵਾਲ ਬੰਨ੍ਹਣ ਤੋਂ ਬਾਅਦ ਵਿੱਚ ਆਪਣਾ ਲੱਤਾਂ ਦੇ ਇੱਕ ਬੰਦਾ ਪਿੱਛੇ ਫੜ ਕੇ ਲੱਤਾਂ ਦੇ ਵਿੱਚ ਇੱਦਾਂ ਫਸਾ ਲੈਂਦਾ। ਅੱਛਾ ਜੀ। ਅਤੇ ਉਸ ਤੋਂ ਬਾਅਦ ਫਿਰ 2 ਬੰਦੇ ਲੱਗ ਕੇ ਇੱਦਾਂ ਚੱਡੇ ਖੋਲ੍ਹ ਦਿੰਦੇ ਜੀ, ਇਹਨਾਂ ਨੂੰ ਚੱਡੇ ਕਹਿੰਦੇ ਆ। ਲੱਤਾਂ ਨੂੰ ਦੋਵਾਂ ਨੂੰ ਖੋਲ੍ਹਣਾ। ਸਾਨੂੰ ਲੈ ਕੇ ਗਏ ਜੀ ਉਹ 11 ਸੈਕਟਰ ਦਾ CIA ਸਟਾਫ ਵਿੱਚ। ਅੱਛਾ ਜੀ। ਬਸ ਉਸ ਤੋਂ ਬਾਅਦ ਜੀ ਤਸ਼ੱਦਦ ਦਾ ਸਟਾਰਟ, ਮਤਲਬ ਰਾਤ ਨੂੰ 8 ਵਜੇ ਸੁਮੇਧ ਸੈਣੀ ਖੁਦ ਆ ਜਾਂਦਾ ਸੀ, 2-2 ਸਿਗਰਟਾਂ ਦੀਆਂ ਡੱਬੀਆਂ ਖਤਮ ਕਰ ਦਿੰਦਾ ਸੀ। ਫਿਰ ਉਹ ਕਰੰਟ ਖੁਦ ਪਾਣੀ ਗੇਰ ਕੇ ਕਰੰਟ ਮਸ਼ੀਨ ਹੁੰਦੀ ਸੀਗੀ ਇੱਕ, ਉਹ ਮਸ਼ੀਨ ਦੇ ਨਾਲ ਕਰੰਟ ਲਾਉਂਦੇ ਸੀ। ਗੁਪਤ ਅੰਗਾਂ 'ਤੇ ਲਾਉਂਦੇ ਸੀਗੇ ਅਤੇ ਇੱਥੇ ਕੰਨਾਂ ਨੂੰ ਚੁੰਡੀਆਂ ਜਿਹੀਆਂ ਹੁੰਦੀਆਂ ਉਹ ਕੰਨਾਂ ਨੂੰ ਲਾਉਂਦੇ ਸੀਗੇ। ਉਸ ਟਾਈਮ 'ਤੇ ਗਿਆਨੀ ਨਾਮ ਚੱਲਦਾ ਹੁੰਦਾ ਸੀ। ਉਹ ਗਿਆਨੀ ਨਾਮ 'ਤੇ ਜਦੋਂ ਮੁਹੰਮਦ ਮੁਸਤਫਾ ਨੂੰ ਪਤਾ ਲੱਗਿਆ SSP ਰੋਪੜ, ਉਹ ਵੀ ਉਸ ਟਾਈਮ 'ਤੇ 34 ਸੈਕਟਰ ਦੇ ਵਿੱਚ ਥਾਣੇ ਦੇ ਵਿੱਚ ਸੀਗੇ। ਉਹ ਕਹਿੰਦੇ ਉਹ ਮੇਰੇ ਤੇ ਸਟਾਰਟ ਹੋ ਗਏ, ਪਰ ਉਹਨਾਂ ਨੇ 2 ਡੰਡੇ ਪੂਰੇ ਮੇਰੇ ਪੈਰਾਂ ਪਰ ਤਲੀਆਂ ਪਰ ਤੋੜ ਦਿੱਤੇ। ਜਦੋਂ ਮਤਲਬ ਕਿ ਟੌਰਚਰ ਕਰਦੇ ਆ ਤਾਂ ਸੁਮੇਧ ਸੈਣੀ ਦੀ ਸ਼ਬਦਾਵਲੀ ਕਿਵੇਂ ਦੀ ਰਹਿੰਦੀ ਹੈ ਜੀ? ਉਹ ਸ਼ਬਦਾਵਲੀ ਤਾਂ ਜੀ ਗਾਲਾਂ ਕੱਢਦਾ ਫੁੱਲ, ਮਾਇਆ ਭੈਣਾਂ ਦੀਆਂ ਸਾਰੀਆਂ ਗਾਲਾਂ ਕੱਢਣੀਆਂ। ਜੇ ਪੂਰਾ ਜੋਸ਼ ਹੁੰਦਾ ਸੀਗਾ, ਪੂਰੇ ਜੋਸ਼ ਦੇ ਵਿੱਚ ਕੁੱਟਦਾ ਸੀਗਾ। ਤਾਂ ਸਾਨੂੰ 2 ਵਾਰ ਇਹ ਇਨਕਾਊਂਟਰ ਵਾਸਤੇ ਵੀ ਬਾਹਰ ਲੈ ਕੇ ਗਏ ਆ ਨਦੀ ਦੇ ਵਿੱਚ। ਤੇ ਪਰਮਿੰਦਰ ਸਿੰਘ ਬੌਸ ਦੀ ਤੁਸੀਂ ਗੱਲ ਕਰਦੇ ਹੋ, ਤਸ਼ੱਦਦ ਹੋਇਆ ਤੇ ਉਹਨਾਂ ਦਾ ਬਣਿਆ ਕੀ ਹੈ ਫਿਰ ਅੱਗੇ? ਸਾਡੇ ਜਦੋਂ ਸਾਨੂੰ ਇਕੱਠਾ ਤਸ਼ੱਦਦ ਕਰ ਰਹੇ ਸੀ, ਇੱਕ ਦਿਨ ਕੀ ਹੋਇਆ, ਇਹਨੇ ਮਾਇਆ ਭੈਣਾਂ ਦੀਆਂ ਗਾਲਾਂ ਕੱਢਤੀਆਂ ਤੇ ਉਹਦੇ ਕੁਦਰਤੀ ਹੱਥ ਖੁੱਲ੍ਹੇ ਸੀਗੇ। ਪਹਿਲਾਂ ਹੱਥ ਬੰਨੇ ਵੀ ਹੁੰਦੇ ਸੀ ਸਾਡੇ, ਉਹ ਕੁਦਰਤੀ ਹੱਥ ਖੁੱਲ੍ਹੇ ਸੀ। ਉਹਨੇ ਸੈਣੀ ਸਾਹਿਬ ਦੇ ਮਾਰਤੀ ਚਪੇੜ ਮਾਰੀ ਤਾਂ ਉਸੇ ਟਾਈਮ ਉਹਦੀਆਂ ਦੋਵੇਂ ਬਾਹਾਂ ਜਿਹੜੀਆਂ ਤੋੜਤੀਆਂ ਸੀਗੀਆਂ। ਅਤੇ ਉਹਦੇ ਬਾਅਦ ਉਹਨੂੰ ਕਿਹਾ ਵੀ ਬਾਹਾਂ ਦਾ ਪੁੱਤ ਤੇਰੀਆਂ ਮੈਂ ਤੋੜਤੀਆਂ ਹੁਣ, ਪਰ ਤੈਨੂੰ ਇਹ ਚੰਗੀ ਤਰ੍ਹਾਂ ਵੱਢ ਕੇ ਗੇਰੂੰਗਾ ਹੁਣ। ਤੁਹਾਡੇ ਕੰਨਾਂ ਨੇ ਸੁਣੀ ਇਹ ਗੱਲ? ਬਿਲਕੁਲ ਜੀ। ਪਰਮਿੰਦਰ ਸਿੰਘ ਬੌਸ ਸੀਗਾ, ਉਹ ਇਹਨਾਂ ਨੇ ਵੱਢ ਕੇ ਲੱਤਾਂ ਬਾਹਾਂ ਵੱਢ ਕੇ ਉਹਦੀਆਂ ਗੇਰਤਾ ਸੀ। ਅਤੇ ਇਸ ਸਬੰਧ ਦੇ ਵਿੱਚ ਮੁਹੰਮਦ ਮੁਸਤਫਾ ਜੀ ਅਤੇ ਉੱਧਰ ਸੁਮੇਧ ਸੈਣੀ ਦਾ ਆਪਸ ਵਿੱਚ ਤਕਰਾਰ ਵੀ ਹੋਇਆ। ਉਹ ਲਾਸ਼ ਚੱਕ ਕੇ ਰੋਪੜ 'ਚ ਗੇਰ ਜਾਂਦੇ ਸੀ, ਰੋਪੜ ਵਾਲੇ ਚੱਕ ਕੇ ਉਹ ਲਾਸ਼ ਜਿਹੜੀ ਆ ਚੰਡੀਗੜ੍ਹ ਦੇ 'ਚ ਗੇਰ ਦਿੰਦੇ ਸੀ। ਕਾਫੀ ਤਕਰਾਰ ਹੋਇਆ, ਇਹਨਾਂ ਦੋਵੇਂ SSPਆਂ ਦਾ ਤਕਰਾਰ ਹੋਇਆ। ਇਹ ਰਿਕਾਰਡ ਵਿੱਚ ਵੀ ਹੋਏਗਾ। ਜਿਵੇਂ ਤੁਸੀਂ ਤਸ਼ੱਦਦ ਤੁਹਾਡੇ ਤੇ ਉਸ ਟਾਈਮ ਹੋਇਆ, ਤਾਂ ਉਸ ਤਸ਼ੱਦਦ ਦੀ ਪੀੜਾ ਤੁਸੀਂ ਅੱਜ ਵੀ ਸਹਿ ਰਹੇ ਹੋ? ਕਿਸੇ ਤਰ੍ਹਾਂ ਦੀ ਦੁੱਖ ਤਕਲੀਫ? ਮੇਰੀਆਂ ਜਿਹੜੀਆਂ ਲੱਤਾਂ ਹੈ, ਤੁਸੀਂ ਆਪ ਹੱਥ ਲਾ ਕੇ ਦੇਖੋ, ਇਹ ਮਾਸ ਸੀਗਾ। ਇੱਕ ਹੱਡੀ ਨੀਚੇ ਹੁੰਦੀ ਆ, ਇੱਕ ਇਹਨਾਂ ਨੇ ਮੇਰੇ ਤਸ਼ੱਦਦ ਦੇ ਨਾਲ ਹੱਡੀਆਂ, ਇਹ 2 ਹੱਡੀਆਂ ਹੁਣ ਮੇਰੀਆਂ। ਹਾਂ, ਇਹ ਲੱਤਾਂ ਮੇਰੀਆਂ ਇਹਦੇ ਤੋਂ ਜ਼ਿਆਦਾ ਮੁੜਦੀਆਂ ਨਹੀਂ ਹੈਗੀਆਂ। ਤੇ ਅੱਜ ਮਤਲਬ ਕਿ ਕਈ ਲੋਕ ਇਹ ਵੀ ਕਹਿਣਗੇ ਵੀ ਜਦੋਂ ਹੁਣ ਯਾਰ ਪਿੰਜਰੇ ਦੇ ਵਿੱਚ ਪੂਰੀ ਤਰ੍ਹਾਂ ਨਾਲ ਕੈਦ ਹੋ ਗਿਆ ਸੁਮੇਧ ਸੈਣੀ, ਤਾਂ ਬਹੁਤ ਸਾਰੇ ਲੋਕ ਅੱਗੇ ਆਉਣ ਲੱਗ ਗਏ ਨੇ। ਹਾਂਜੀ। ਜੇ ਕੋਈ ਵਕੀਲ ਹੀ ਆ ਜਾਵੇ ਵੀ ਠੀਕ ਹੈ ਜੀ, ਜੇ ਤੁਸੀਂ ਸੱਚੇ ਹੋ ਤਾਂ ਮੈਂ ਕੇਸ ਲੜਨ ਨੂੰ ਤਿਆਰ ਹਾਂ, ਮੁਫਤ। ਬਿਲਕੁਲ ਜੀ, ਅਸੀਂ ਖੁਦ ਪਾਰਟੀ ਬਣਨ ਨੂੰ ਤਿਆਰ ਹੋ ਜਾਵਾਂਗੇ। ਤਤਕਾਲੀ IAS ਦਰਸ਼ਨ ਸਿੰਘ ਮੁਲਤਾਨੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਦੇ ਮਾਮਲੇ ਵਿੱਚ ਸਾਬਕਾ DGP ਸੁਮੇਧ ਸੈਣੀ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕੀ ਹੋਈ ਹੈ। 1991 ਦਾ ਕੇਸ ਹੈ। ਪਹਿਲਾਂ ਸੁਮੇਧ ਸੈਣੀ ਦੇ ਉੱਤੇ ਅਗਵਾ ਕਰਨ ਦੇ, ਸਬੂਤ ਮਿਟਾਉਣ ਦੇ ਵੱਖ-ਵੱਖ ਮਾਮਲੇ ਦਰਜ ਕੀਤੇ ਜਾਂਦੇ ਨੇ, ਅਤੇ ਉਸ ਤੋਂ ਬਾਅਦ ਇਸ ਦੇ ਵਿੱਚ ਹੁਣ ਧਾਰਾ 302 यानी कि कतल का मामला भी दर्ज कर लिया जाता है। सुमेध सैनी के सिर ते गिरफ्तारी की तलवार लटक गई है क्योंकि उन्होंने जो जमानत की अर्जी है वो खारिज कर दी है।
ਹਾਲਾਂਕਿ ਉਹਨਾਂ ਕੋਲ ਹਾਈ ਕੋਰਟ ਦਾ ਇੱਕ ਵਿਕਲਪ ਬਾਕੀ ਹੈ, ਪਰ ਆਸਾਂ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਵੀ ਜਲਦ ਹੀ ਜੋ ਸੈਣੀ ਦੀ ਗ੍ਰਿਫਤਾਰੀ ਹੈ ਉਹ ਹੋ ਜਾਵੇਗੀ। ਸੁਮੇਧ ਸੈਣੀ ਖਤਰੇ ਦੇ ਵਿੱਚ ਤਾਂ ਹੈ ਹੀ, ਪਰ ਹੁਣ ਇੱਕ ਹੋਰ ਗਵਾਹ ਮੈਂ ਕਹਾਂਗਾ ਵੀ ਅਜਿਹਾ ਇੱਕ ਹੋਰ ਸ਼ਖਸ ਸਾਹਮਣੇ ਆਇਆ ਹੈ ਜਿਹੜਾ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰ ਦੇਵੇਗਾ। ਜੀ ਹਾਂ, ਮੇਰੇ ਨਾਲ ਨੇ ਹਰਵਿੰਦਰ ਸਿੰਘ ਜੀ, ਜਿਹੜੇ ਸੁਮੇਧ ਸੈਣੀ ਦੇ ਤਸ਼ੱਦਦ ਦਾ ਆਪਣੇ ਆਪ ਨੂੰ ਸ਼ਿਕਾਰ ਦੱਸਦੇ ਨੇ ਅਤੇ ਹੋਰ ਬਹੁਤ ਸਾਰੇ ਖੁਲਾਸੇ ਇਹਨਾਂ ਨੇ ਕੀਤੇ ਨੇ ਅਤੇ ਉਹ ਖੁਲਾਸੇ ਹੁਣ ਕੈਮਰੇ 'ਤੇ ਵੀ ਕਰਨਗੇ। ਬਹੁਤ ਸਵਾਗਤ ਜੀ। ਪੰਜਾਬੀ ਲੋਕ ਚੈਨਲ ਦੇਖਦੇ ਸਮੂਹ ਸਰੋਤਿਆਂ ਨੂੰ, ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਰਦਾਰ ਹਰਵਿੰਦਰ ਸਿੰਘ ਜੀ, ਸੁਮੇਧ ਸੈਣੀ ਦੇ ਤਸ਼ੱਦਦ ਦਾ ਸ਼ਿਕਾਰ ਦੱਸ ਦਿਓ। ਤੁਸੀਂ ਕੀ ਗੱਲ ਅਜਿਹੀ ਹੋਈ ਕਿ ਸੈਣੀ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈ ਗਿਆ ਤੁਹਾਨੂੰ? ਅਸੀਂ ਉਸ ਟਾਈਮ ਸਿੱਖ ਸੰਘਰਸ਼ ਦੇ ਜੋ ਪੁਲਿਸ ਦਾ ਧੱਕਾ ਚੱਲ ਰਿਹਾ ਸੀ, ਜੀ, ਸੰਘਰਸ਼ ਦੇ ਪੁਲਿਸ ਦੇ ਧੱਕੇ ਦਾ ਸ਼ਿਕਾਰ ਹੋਏ ਵੇ ਸੀ। ਕਿਹੜੇ ਸੰਨ ਦੀ ਗੱਲ ਹੈ ਜੀ? ਇਹ 1991 ਦੀ ਗੱਲ ਆ ਜੀ। ਅੱਛਾ ਜੀ। ਮਈ 1991 ਦੇ ਵਿੱਚ, ਕਿਉਂਕਿ ਸਾਡੇ ਘਰਾਂ ਦੇ ਵਿੱਚ ਰੇਡ ਹੁੰਦੀ ਸੀ ਪੁਲਿਸ ਦੀ, ਅਸੀਂ ਸੰਘਰਸ਼ ਦੇ ਨਾਲ ਜੁੜੇ ਹੋਏ ਵੀ ਸੀ। ਇਹ ਨਹੀਂ ਕਹਿ ਸਕਦੇ ਕਿ ਅਸੀਂ ਸੰਘਰਸ਼ ਦੇ ਨਾਲ ਜੁੜੇ ਹੋਏ ਨਹੀਂ ਸੀ। ਅਸੀਂ ਸਿੱਖ ਸੰਘਰਸ਼ ਦੇ ਨਾਲ ਜੁੜੇ ਹੋਏ ਸੀ। ਸਾਡੇ ਜਜ਼ਬਾਤ ਸੀਗੇ ਜਿਹੜੇ ਦਰਬਾਰ ਸਾਹਿਬ ਅਤੇ 1984 ਦੇ ਦੰਗਿਆਂ ਕਰਕੇ ਉਹ ਇਹੋ ਜਿਹੇ ਰੋਸ ਭਰੇ ਹੋ ਗਏ ਸੀ ਵੀ ਉਸ ਟਾਈਮ ਜਿਹੜਾ ਵੀ ਨੌਜਵਾਨ ਸੀ ਉਹ ਸਿੱਖ ਸੰਘਰਸ਼ ਨੂੰ ਲਾਇਕ ਕਰਦਾ ਸੀ ਕਿ ਭਾਰਤ ਸਰਕਾਰ ਦੇ ਖਿਲਾਫ ਲੜਨਾ ਚਾਹੀਦਾ। ਉਹਦੇ ਵਿੱਚ ਅਸੀਂ ਵੀ ਸ਼ਾਮਿਲ ਸੀਗੇ ਅਤੇ ਅਸੀਂ ਇੱਥੋਂ ਪੁਲਿਸ ਦੇ ਤਸ਼ੱਦਦ ਤੋਂ ਡਰਦੇ ਹੋਏ ਅਸੀਂ ਸਾਈਡ 'ਤੇ ਹੋਏ ਅਤੇ ਅਸੀਂ ਦਿੱਲੀ ਦੇ ਵਿੱਚ ਉੱਥੇ ਨਹਿਰੂ ਨਗਰ ਦੇ ਵਿੱਚ ਮਕਾਨ ਕਿਰਾਏ 'ਤੇ ਲਿਆ, ਜਿਹਦੇ ਵਿੱਚ ਮੈਂ ਸੀ, ਮੇਰੇ ਨਾਲ ਸਰਦਾਰ ਗੁਰਮੀਤ ਸਿੰਘ ਸੀ। ਇੱਥੇ ਪੱਕਾ ਬਾਗ ਰੋਪੜ ਦੇ ਵਿੱਚ ਹੀ ਹੈ ਪੱਕਾ ਬਾਗ। ਜੀ। ਗੁਰਮੀਤ ਸਿੰਘ ਬੱਬਰ ਖਾਲਸਾ ਦਾ ਉਹ ਖਾੜਕੂ ਸੀਗਾ। ਅਤੇ ਇੱਕ ਸੀ ਮੇਰੇ ਨਾਲ ਪਰਮਿੰਦਰ ਸਿੰਘ ਬੋਸ। ਅੱਛਾ ਜੀ। ਉਹਦਾ ਛੋਟਾ ਨਾਂ ਰਾਜਾ ਵੀ ਸੀ। ਉਹ ਦਿੱਲੀ 1984 ਦੇ ਦੰਗਿਆਂ ਦੇ ਵਿੱਚ ਦਿੱਲੀ ਰਹਿੰਦੇ ਸੀਗੇ ਸਾਰਾ ਪਰਿਵਾਰ। ਉਹਨੇ ਖੁਦ ਉੱਥੇ 84 ਦੇ ਦੰਗੇ ਦੇਖੇ ਹੋਏ ਸੀਗੇ। ਅਸੀਂ ਸਾਰੇ ਹੀ ਤਿੰਨੇ ਇਕੱਠੇ ਉੱਥੇ ਰਹਿੰਦੇ ਸੀਗੇ। ਅਤੇ ਇਹ ਮਤਲਬ ਕਿ ਫਿਰ ਦਿੱਲੀ ਤੁਸੀਂ ਰਹਿੰਦੇ ਸੀ, ਪਰ 1991 ਦੇ ਵਿੱਚ ਮੇਰੇ ਖਿਆਲ ਸੁਮੇਧ ਸੈਣੀ ਅਤੇ ਚੰਡੀਗੜ੍ਹ ਦੇ SSP ਸੀਗੇ ਜੀ, ਅਤੇ ਤੁਹਾਡਾ ਫਿਰ ਤੁਸੀਂ ਦਿੱਲੀ ਸੀ ਅਤੇ ਸੈਣੀ ਚੰਡੀਗੜ੍ਹ ਸੀ, ਤੁਹਾਨੂੰ ਕਿਵੇਂ ਚੁੱਕਿਆ ਗਿਆ ਸੈਣੀ ਵੱਲੋਂ? ਉਹ ਇੱਦਾਂ ਹੋਇਆ ਜੀ, ਅਸੀਂ 4 ਮਈ 1991 ਨੂੰ ਦਿੱਲੀ ਤੋਂ ਚੰਡੀਗੜ੍ਹ ਆਏ। ਉਸ ਟਾਈਮ ਅਸੀਂ ਤਿੰਨੇ ਸੀਗੇ। ਅਸੀਂ 6 ਵਜੇ ਉੱਥੋਂ ਚੱਲੇ ਬਾਈ ਬੱਸ। ਜੀ। ਸਾਡੇ ਕੋਲ ਕੋਈ ਹਥਿਆਰ ਨਹੀਂ ਸੀ, ਕੋਈ ਕੁਛ ਨਹੀਂ ਸੀ। ਅਸੀਂ ਉੱਥੋਂ ਚੱਲੇ ਜਿਹੜਾ ਟ੍ਰਿਬਿਊਨ ਚੌਂਕ ਆ, ਮੈਂ ਅਤੇ ਗੁਰਮੀਤ ਸਿੰਘ ਟ੍ਰਿਬਿਊਨ ਚੌਂਕ 'ਤੇ ਉਤਰ ਗਏ। ਜਿਹੜਾ ਪਰਮਿੰਦਰ ਸਿੰਘ ਬੋਸ ਸੀਗਾ ਉਹ ਅੱਗੇ ਚਲੇ ਗਿਆ ਕਿਸੇ ਕੰਮ, ਅਤੇ ਅਸੀਂ ਉੱਥੋਂ ਆਟੋ ਲੈ ਕੇ 45 ਸੈਕਟਰ ਦੇ ਵਿੱਚ, ਜਿਹਨੂੰ ਬੜੈਲ ਕਹਿੰਦੇ ਆ, ਉੱਥੇ ਇੱਕ ਡੈਰੀ ਸੀ। ਅੱਛਾ ਜੀ। ਕਕਰਾਲੀ ਦਾ ਮੁੰਡਾ ਸੀਗਾ ਜਰਨੈਲ, ਉਹਦੀ ਡੈਰੀ 'ਤੇ ਚਲੇ ਗਏ। ਅਤੇ ਡੈਰੀ 'ਤੇ ਜਾਣ ਤੋਂ ਬਾਅਦ ਉਸ ਜਗ੍ਹਾ, ਕਿਉਂਕਿ ਅਸੀਂ ਕੁਛ ਸ਼ਖਸਾਂ ਨੂੰ ਅਸੀਂ ਮਿਲਣਾ ਸੀਗਾ ਅਤੇ ਆਪਣੀ ਕੋਈ ਗੱਲਬਾਤ ਕਰਨੀ ਸੀ, ਉਹ ਆਏ ਨਹੀਂ ਸੀ। ਅਤੇ ਅਸੀਂ ਕੱਪੜੇ ਲੈ ਲਏ, ਉੱਥੋਂ ਖਰੀਦ ਲਏ ਕੱਪੜੇ ਦੁਕਾਨ ਤੋਂ। ਅਤੇ ਉਸ ਤੋਂ ਬਾਅਦ ਜਿਹੜੇ ਕੱਪੜੇ ਸੀਗੇ ਮੈਂ ਨਾਪ ਦੇਣ ਲੱਗ ਗਿਆ। ਨਾਪ ਦਿੰਦੇ ਉੱਥੇ ਪੁਲਿਸ ਕੈਟ ਦੀ ਗੱਡੀ ਆ ਗਈ, ਸਿਵਲ ਵਰਦੀ ਦੇ ਵਿੱਚ ਪੁਲਿਸ ਸੀਗੀ ਚੱਪੇ 'ਤੇ। ਅਤੇ ਜਦੋਂ ਮੇਰੇ ਨਾਲ ਵਾਲੇ ਇੱਕ ਬਲਦੇਵ ਸਿੰਘ ਭੱਕੂ ਮਾਜਰਾ, ਜਿਹੜਾ ਕਿ ਉਸ ਟਾਈਮ ਸਿੱਖ ਸਟੂਡੈਂਟ ਫੈਡਰੇਸ਼ਨ ਦਲਜੀਤ ਸਿੰਘ ਬਿੱਟੂ ਗਰੁੱਪ ਦਾ ਪ੍ਰਧਾਨ ਸੀਗਾ, ਡਿਸਟ੍ਰਿਕਟ ਦਾ, ਜ਼ਿਲ੍ਹੇ ਰੂਪਨਗਰ ਦਾ, ਰੋਪੜ ਸੀ ਉਸ ਟਾਈਮ ਨਾਮ। ਅਤੇ ਅਸੀਂ ਤਿੰਨੇ ਸੀਗੇ ਉਸ ਟਾਈਮ। ਅਤੇ ਉਹ ਦੋਵੇਂ ਜਦੋਂ ਪੁਲਿਸ ਕੈਟ ਦੇ ਥੋੜ੍ਹਾ ਜਿਹਾ ਅੱਗੇ ਨੂੰ ਚਲੇ ਗਏ। ਇਹ ਜਿਹੜੀ ਭੱਕੂ ਮਾਜਰੇ ਵਾਲਿਆਂ ਦੀ ਐਂਟਰੀ ਹੈ ਕਦੋਂ ਕੁ ਹੁੰਦੀ ਹੈ? ਕਿਉਂਕਿ ਤੁਸੀਂ ਦੱਸਿਆ ਵੀ ਦਿੱਲੀ ਤੋਂ ਤੁਸੀਂ 3 ਬੰਦੇ ਆਏ ਸੀ, ਅਤੇ ਭੱਕੂ ਮਾਜਰੇ ਵਾਲੇ ਇਸ ਮਾਮਲੇ ਦੇ ਵਿੱਚ ਕਿੱਥੇ ਕੁ ਫਿੱਟ ਹੁੰਦੇ? ਸਾਡਾ ਪਹਿਲਾਂ ਹੀ ਪ੍ਰੋਗਰਾਮ ਸੀਗਾ ਮਿਲਣ ਦਾ। ਅੱਛਾ ਜੀ। ਇਹਦੇ ਵਿੱਚ ਬਲਦੇਵ ਸਿੰਘ ਭੱਕੂ ਮਾਜਰਾ ਇੱਥੋਂ, ਉਹ ਵੀ ਰੂਪੋਸ਼ ਸਿੰਘ ਸੀਗਾ, ਖਾੜਕੂ ਸਿੰਘ ਸੀਗਾ ਰੂਪੋਸ਼।
ਤੇ ਸਿੱਖ ਸੰਘਰਸ਼ ਦੇ ਵਿੱਚ ਆਪਣਾ, ਕਿਉਂਕਿ ਰੂਪੋਸ਼ ਇੱਦਾਂ ਸਿੱਖ ਸਟੂਡੈਂਟ ਫੈਡਰੇਸ਼ਨ ਸੀ ਜਿਹੜੀ ਦਲਜੀਤ ਸਿੰਘ ਬਿੱਟੂ ਵਾਲੀ, ਉਹ ਬੈਨ ਕਰ ਦਿੱਤੀ ਗਈ ਸੀ, ਤਾਂ ਕਰਕੇ ਰੂਪੋਸ਼ ਹੋਣਾ ਪੈ ਗਿਆ ਸੀ। ਨਹੀਂ ਤਾਂ ਮਤਲਬ ਜਿਹੜਾ ਪੋਲੀਟੀਕਲੀ ਸੰਘਰਸ਼ ਵਾਸਤੇ ਜਿਹੜੀ ਦਲਜੀਤ ਸਿੰਘ ਬਿੱਟੂ ਦੀ ਸਿੱਖ ਸਟੂਡੈਂਟ ਫੈਡਰੇਸ਼ਨ ਸੀ, ਉਹਦਾ ਉਹ ਜ਼ਿਲ੍ਹੇ ਦਾ ਪ੍ਰਧਾਨ ਸੀ। ਠੀਕ ਹੈ ਜੀ। ਤੇ ਉਹ ਪਹਿਲਾਂ ਹੀ ਉੱਥੇ ਆ ਚੁੱਕਿਆ ਸੀ, ਅਸੀਂ ਤਿੰਨੇ ਇਕੱਠੇ ਹੋ ਗਏ ਸੀ। ਠੀਕ ਹੈ ਜੀ। ਤੇ ਉਸ ਟਾਈਮ ਜਦੋਂ ਪੁਲਿਸ ਕੈਟਾਂ ਦੀ ਕਾਲੇ ਸ਼ੀਸ਼ਿਆਂ ਵਾਲੀ ਵੈਨ ਦੇਖੀ ਤਾਂ ਉਹ ਦੋਵੇਂ ਚਲੇ ਗਏ। ਮੇਰਾ ਅਜੇ ਨਾਪ ਦੇ ਰਿਹਾ ਸੀ ਕਿਉਂਕਿ ਮੈਂ ਦੇਖਿਆ ਨਹੀਂ ਸੀ ਹੈਗਾ। ਜਸਟ 2 ਮਿੰਟ ਬਾਅਦ ਜਦੋਂ ਉਹਨਾਂ ਨੇ ਮੋੜ ਕੱਟਿਆ ਤੇ 2 ਫਾਇਰ ਹੋਏ। ਪਹਿਲੇ ਫਾਇਰ ਦੇ ਵਿੱਚ ਹੀ ਮੈਨੂੰ ਬੈਕ ਸਾਈਡ ਤੇ, ਜਦੋਂ ਪਹਿਲਾ ਫਾਇਰ ਹੋਇਆ ਮੈਨੂੰ ਬੈਕ ਸਾਈਡ ਤੇ ਪੁਲਿਸ ਵਾਲਿਆਂ ਨੇ ਚਿੱਟ ਕੱਪੜੀਏ ਪੁਲਿਸ ਵਾਲੇ ਸੀਗੇ, ਉਹਨਾਂ ਨੇ ਬੰਨ੍ਹ ਲਿਆ ਤੇ ਬੰਨ੍ਹ ਕੇ ਮੈਨੂੰ ਜਿਪਸੀ 'ਚ ਬਿਠਾ ਲਿਆ। ਤੇ ਦੂਸਰੇ ਨਾਲ ਦੀ ਨਾਲ ਹੀ ਫਾਇਰ ਹੋ ਗਏ। ਤੇ ਜਦੋਂ ਸਾਹਮਣੇ ਤੋਂ ਮੇਰੇ ਵੱਲ ਨੂੰ SSP ਸਮੇਤ ਸੈਣੀ ਆਇਆ ਤਾਂ ਉਹਦੇ ਛਾਤੀ ਤੇ ਲਾਲ ਖੂਨ ਲੱਗਿਆ ਹੋਇਆ ਸੀ, ਹੱਥ ਵਿੱਚ ਪਿਸਟਲ ਸੀਗਾ। ਅੱਛਾ ਜੀ। ਤੇ ਉਹ ਉਸ ਟਾਈਮ ਮੈਨੂੰ ਪਤਾ ਲੱਗ ਗਿਆ ਕਿ ਉਹ ਜਿਹੜੇ ਮੇਰੇ ਨਾਲ ਵਾਲੇ ਆ, ਉਹ ਦੋਵੇਂ ਐਨਕਾਊਂਟਰ ਕਰ ਦਿੱਤਾ ਉਹਨਾਂ। ਸਾਡੇ ਕੋਲ ਕਿਸੇ ਕੋਲ ਹਥਿਆਰ ਕੋਈ ਨਹੀਂ ਸੀ ਹੈਗਾ, ਲੇਕਿਨ ਉਹਨਾਂ ਨੂੰ ਫੜਿਆ ਵੀ ਜਾ ਸਕਦਾ ਸੀ, ਪਰ ਉਹਨਾਂ ਦਾ ਧੱਕੇ ਦੇ ਨਾਲ ਹੀ ਐਨਕਾਊਂਟਰ ਕਰਤਾ ਉਹਨਾਂ ਨੇ। ਤੇ ਉਹਨਾਂ ਦੀਆਂ ਬੋਡੀ ਫਿਰ ਦਿੱਤੀਆਂ ਦੋਵਾਂ ਦੀਆਂ? ਹਾਂ, ਦੋਵਾਂ ਦੀਆਂ ਬੋਡੀਆਂ ਬੀਬੀ ਬਿਮਲ ਕੌਰ ਖਾਲਸਾ ਨੇ ਉੱਥੇ ਜਾ ਕੇ ਉਹ ਲੈ ਲਈਆਂ ਸੀ। ਬਾਅਦ ਵਿੱਚ ਇਹਨਾਂ ਦਾ ਸੰਸਕਾਰ ਹੋਇਆ। ਅੱਛਾ। ਹਾਂ, ਘਰ ਲਿਆ ਕੇ ਸੰਸਕਾਰ ਹੋਇਆ। ਮਤਲਬ ਕਿ ਤੁਸੀਂ ਨਿਹੱਥੇ ਸੀ ਫਿਰ ਵੀ ਐਨਕਾਊਂਟਰ ਕੀਤਾ? ਹਾਂਜੀ। ਇਹ ਫਿਰ ਇਹ ਦਾਵਾ ਕਰਦੇ ਹੋ ਤੁਸੀਂ, ਮਤਲਬ ਕਿ ਵੀ ਇਹ ਸੁਮੇਧ ਸੈਣੀ ਨੇ ਕੀਤਾ? ਇਹ ਬਿਲਕੁਲ ਜੀ, ਮੇਰੇ ਸਾਹਮਣੇ ਹੋਇਆ ਜੋ ਵੀ ਹੋਇਆ। ਸੁਮੇਧ ਸੈਣੀ ਦਾ ਹੱਥ ਵਿੱਚ ਪਿਸਟਲ ਤੇ ਖੂਨ ਲੱਗਿਆ ਹੋਇਆ ਸੀਗਾ। ਉਹਨੇ ਮੈਨੂੰ ਆ ਕੇ ਕਿਹਾ ਵੀ ਸੁਮੇਧ ਸੈਣੀ ਨੇ ਵੀ ਤੇਰੇ ਨਾਲ ਵਾਲੇ ਤਾਂ ਮਾਰਤੇ, ਤੈਨੂੰ ਵੀ ਥੋੜ੍ਹੇ ਦਿਨਾਂ ਦੇ ਵਿੱਚ ਫੜਕਾ ਦੇਣਾ। ਅੱਛਾ। ਹਾਂਜੀ। ਤੇ ਜਦੋਂ ਜਿਪਸੀ 'ਚ ਸੁੱਟ ਲਿਆ ਫਿਰ ਜੇਲ੍ਹ ਲੈ ਗਏ, ਕਿੱਥੇ ਲੈ ਕੇ ਗਏ ਤੁਹਾਨੂੰ, ਕੀ ਹੋਇਆ ਅੱਗੇ? 45 ਸੈਕਟਰ ਦਾ ਥਾਣਾ ਸੀ ਜਿਹੜਾ 34 ਸੈਕਟਰ ਦੇ, ਕਿਉਂਕਿ ਥਾਣਾ ਉਹਨੂੰ 34 ਸੈਕਟਰ ਦਾ ਲੱਗਦਾ ਸੀ, ਉਹ ਮੈਨੂੰ 34 ਸੈਕਟਰ ਵਿੱਚ ਲੈ ਗਏ। ਨਾਲ ਹੀ ਮੇਰੇ ਜਿਹੜਾ ਜਰਨੈਲ ਸਿੰਘ ਸੀਗਾ ਜਿਨ੍ਹਾਂ ਦੇ ਅਸੀਂ ਉੱਥੇ ਗਏ ਸੀਗੇ ਡੈਰੀ ਤੇ, ਕਕਰਾਲੀ ਵਾਲਾ, ਉਹ ਵੀ ਨਾਲ ਫੜ ਲਿਆ ਸੀ। 1-2 ਹੋਰ ਵੀ ਬੰਦੇ ਫੜੇ ਸੀਗੇ ਉੱਥੋਂ, ਉਹਨਾਂ ਨੂੰ ਮੈਂ ਜਾਣਦਾ ਨਹੀਂ। ਕਕਰਾਲੀ ਵਾਲੇ ਜਰਨੈਲ ਸਿੰਘ ਨੂੰ ਤਾਂ ਮੈਂ ਜਾਣਦਾ ਸੀਗਾ ਤੇ ਉਹ ਮੈਨੂੰ ਜਾਣਦਾ ਸੀ। ਤੇ ਫਿਰ ਉੱਥੋਂ ਸਾਡਾ ਤਸ਼ੱਦਦ ਸਟਾਰਟ ਹੋ ਗਿਆ। ਕਿਵੇਂ ਦਾ ਤਸ਼ੱਦਦ ਜੀ? ਤਸ਼ੱਦਦ ਇੱਦਾਂ ਜੀ, ਸਾਰੇ ਕੱਪੜੇ ਪਾੜ ਕੇ ਗੇਰ ਦਿੰਦੇ ਆ, ਲਾ ਦਿੰਦੇ ਆ ਜੀ। ਉਸ ਤੋਂ ਬਾਅਦ ਫਿਰ ਇਹ ਚੱਡੇ ਜਿਹੜੇ ਲੱਤਾਂ ਹੁੰਦੀਆਂ ਉਹ ਇੱਦਾਂ ਪਿੱਛੇ ਤੋਂ ਵਾਲ ਬੰਨ੍ਹ ਲੈਂਦੇ ਆ। ਵਾਲ ਬੰਨ੍ਹਣ ਤੋਂ ਬਾਅਦ ਵਿੱਚ ਆਪਣਾ ਲੱਤਾਂ ਦੇ ਇੱਕ ਬੰਦਾ ਪਿੱਛੇ ਫੜ ਕੇ ਲੱਤਾਂ ਦੇ ਵਿੱਚ ਇੱਦਾਂ ਫਸਾ ਲੈਂਦਾ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ 2 ਬੰਦੇ ਲੱਗ ਕੇ ਇੱਦਾਂ ਚੱਡੇ ਖੋਲ੍ਹ ਦਿੰਦੇ ਜੀ, ਇਹਨਾਂ ਨੂੰ ਚੱਡੇ ਕਹਿੰਦੇ ਆ, ਲੱਤਾਂ ਨੂੰ ਦੋਵਾਂ ਨੂੰ ਖੋਲ੍ਹਣਾ। ਤੇ ਫਿਰ ਉਸ ਤੋਂ ਬਾਅਦ ਇੱਕ ਪੁਲਿਸ ਵਾਲਾ ਆਪਣੀ ਜਿਹੜੀ ਹੁੰਦੀ ਆ ਪੈਰ ਦਾ ਪੰਜਾ ਹੁੰਦਾ ਜੁੱਤੀ ਦਾ ਜੀ, ਫਿਰ ਉਹ ਮਾਰਦਾ ਜੀ ਇੱਥੇ ਇਸ ਜਗ੍ਹਾ 'ਤੇ। ਅੱਛਾ। ਹਾਂਜੀ। ਫਿਰ ਸਾਨੂੰ ਕਹਿੰਦੇ ਪੁੱਤ ਤੁਹਾਨੂੰ ਨਮਰਦ ਤਾਂ ਕਰਨਾ ਹੀ ਕਰਨਾ, ਉਹਦੇ ਬਾਅਦ ਮਾਰ ਕੇ ਵੀ ਘੇਰਨਾ। ਅੱਛਾ ਜੀ। ਤੇ ਫਿਰ ਇਸ ਤੋਂ ਬਾਅਦ ਇੱਕ ਘੋਟਣਾ ਹੁੰਦਾ ਸੀ 90 ਕਿਲੋ ਦਾ, ਮਤਲਬ ਲੋਹੇ ਦਾ ਇੱਕ ਹੁੰਦਾ, ਉਹ ਇੱਦਾਂ ਹੀ ਜਿੱਦਾਂ ਬੰਦਾ ਫੜਿਆ ਹੋਇਆ ਪਿੱਛੇ ਅੱਗੇ ਤੇ ਇੱਦਾਂ ਕਰਕੇ ਉਹਦੇ ਪਰ ਫਿਰ ਘੋਟਣਾ ਚਲਾਉਂਦੇ ਇੱਥੋਂ ਇੱਦਾਂ ਬੰਦੇ ਚੜ੍ਹ ਜਾਂਦਾ ਉੱਪਰ ਇੱਕ, ਫਿਰ 2 ਬੰਦੇ ਇੱਦਾਂ ਘੁਮਾਉਂਦੇ ਰਹਿੰਦੇ, ਉਹ ਚਲਾਇਆ। ਫਿਰ ਉਸ ਤੋਂ ਬਾਅਦ ਕਰੰਟ ਲਾਉਂਦੇ ਜੀ, ਮਤਲਬ ਗੁਪਤ ਅੰਗਾਂ ਨੂੰ ਲਾਉਂਦੇ ਆ, ਦਿਮਾਗ ਵਾਸਤੇ ਇੱਥੇ ਲਾਉਂਦੇ ਆ ਕਰੰਟ। ਫਿਰ ਇਸ ਤੋਂ ਬਾਅਦ ਇਹਨਾਂ ਕੋਲ ਮਸ਼ੀਨ ਵੀ ਸੀਗੀ ਪਟਾ ਚਲਾਉਣ ਵਾਲੀ, ਜਿਹੜਾ ਪਟਾ ਮਾਰਦੇ ਆ। ਫਿਰ ਸੁਮੇਧ ਸੈਣੀ ਤਾਂ ਖੁਦ ਹੀ ਲੱਗ ਜਾਂਦਾ ਸੀ ਆਪ ਹੀ, ਇਹ ਪਟੇ ਪੁਟੇ ਮਾਰਨ, ਕਰੰਟ ਖੁਦ ਲਾਉਂਦਾ ਸੀ। ਫਿਰ ਉੱਥੋਂ ਮਤਲਬ ਦੁਪਹਿਰ ਉਹਨਾਂ ਨੇ ਸਾਰਾ, ਕਿਉਂਕਿ ਵਾਕਿਆਤ 12-12:30 ਵਜੇ ਦੇ ਵਿੱਚ ਵਾਕਿਆਤ ਹੋ ਗਿਆ ਸੀ। ਫਿਰ ਉੱਥੇ ਕਰਦੇ ਕਰਾਉਂਦੇ ਜੀ ਉਹ ਉੱਥੇ ਦੁਪਹਿਰ ਹੋ ਗਈ। ਫਿਰ ਉਹਨਾਂ ਨੇ ਸਾਨੂੰ ਪਰੌਂਠੇ ਲਿਆ ਕੇ ਖਿਲਾਏ। ਚਲੋ ਅਸੀਂ ਵੀ ਭੁੱਖੇ ਸੀ, ਉਹ ਵੀ ਭੁੱਖੇ ਹੋਣਗੇ, ਥੋੜ੍ਹਾ ਜਿਹਾ ਭੁੱਖ ਲੱਗੀ ਦੇ ਵਿੱਚ ਖਾ ਵੀ ਹੋ ਜਾਂਦਾ, ਥੋੜ੍ਹਾ ਬਹੁਤਾ ਖਾਧਾ। ਫਿਰ ਇਸ ਤੋਂ ਬਾਅਦ ਸਾਨੂੰ ਲੈ ਕੇ ਗਏ ਜੀ ਉਹ 11 ਸੈਕਟਰ ਦਾ CIA ਸਟਾਫ ਦੇ ਵਿੱਚ। ਅੱਛਾ ਜੀ। ਬਸ ਉਸ ਤੋਂ ਬਾਅਦ ਜੀ ਤਸ਼ੱਦਦ ਦਾ ਸਟਾਰਟ, ਮਤਲਬ ਰਾਤ ਨੂੰ 8 ਵਜੇ ਸੁਮੇਧ ਸੈਣੀ ਖੁਦ ਆ ਜਾਂਦਾ ਸੀ, 2-2 ਸਿਗਰਟਾਂ ਦੀਆਂ ਡੱਬੀਆਂ ਖਤਮ ਕਰ ਦਿੰਦਾ ਸੀ। ਅੱਛਾ ਜੀ। ਹਾਂ, ਸਾਰੀ ਰਾਤ ਦੇ 'ਚ 2 ਵਜੇ ਤੱਕ ਮੇਰੇ ਤੇ ਖੁਦ ਸੁਮੇਧ ਸੈਣੀ ਤੇ ਬਲਦੇਵ ਸੈਣੀ, ਇੱਕ DSP ਹੁੰਦਾ ਸੀ, ਉਹਦਾ ਮੈਨੂੰ ਨਾਂ ਨਹੀਂ ਪਤਾ ਹੈਗਾ। ਬਲਦੇਵ ਸੈਣੀ ਕਿਸ ਪੋਸਟ ਤੇ ਸੀ ਜੀ? ਉਹ SP ਸੀਗਾ ਜੀ, ਬਲਦੇਵ ਸੈਣੀ। ਹਾਂਜੀ। ਤੇ ਉਹ SP ਤੇ SSP ਦੋਵੇਂ ਦਾ ਹੁੰਦੇ ਸੀਗੇ, ਇੱਕ ਨਾਲ DSP ਤੇ ਇੱਕ ਇੰਸਪੈਕਟਰ, 2 ਬੰਦੇ ਹੋਰ ਹੁੰਦੇ ਸੀ। ਇਹ ਅਫਸਰ ਹੀ ਹੁੰਦੇ ਸੀਗੇ ਸਾਰੇ ਜਿਹੜੇ ਕਰਦੇ ਸੀ। ਤੇ ਨਾਲ ਜਦੋਂ ਚੱਡੇ ਵਗੈਰਾ ਪਾਲਣੇ ਆ ਤਾਂ ਨਾਲ ਪੁਲਿਸ ਵਾਲੇ ਬੰਦਿਆਂ ਨੂੰ ਆਵਾਜ਼ ਦੇ ਕੇ ਬਾਹਰ ਤੋਂ ਬੁਲਾ ਲੈਂਦੇ ਸੀ।
ਉਹਨਾਂ ਦਾ ਜਿਹੜਾ ਉੱਥੇ CIA ਸਟਾਫ ਵਿੱਚ ਟੌਰਚਰ ਰੂਮ ਸੀਗਾ। ਫਿਰ ਉਹ ਕਰੰਟ ਖੁਦ ਪਾਣੀ ਗੇਰ ਕੇ ਕਰੰਟ ਮਸ਼ੀਨ ਹੁੰਦੀ ਸੀਗੀ ਇੱਕ, ਉਹ ਮਸ਼ੀਨ ਦੇ ਨਾਲ ਕਰੰਟ ਲਾਉਂਦੇ ਸੀ, ਆ ਗੁਪਤੰਗਾਂ 'ਤੇ ਲਾਉਂਦੇ ਸੀਗੇ, ਅਤੇ ਇੱਥੇ ਕੰਨਾਂ ਨੂੰ ਚੁੰਡੀਆਂ ਜਿਹੀਆਂ ਹੁੰਦੀਆਂ ਉਹ ਕੰਨਾਂ ਨੂੰ ਲਾਉਂਦੇ ਸੀਗੇ। ਕਰੰਟ ਲਾਇਆ ਬਹੁਤ। ਅਤੇ ਉਹ ਫਿਰ ਦਿਨ ਰਾਤ ਮਤਲਬ ਦਿਨੇ ਘੱਟ ਅਤੇ ਰਾਤ ਨੂੰ ਜ਼ਿਆਦਾ, ਰਾਤ ਨੂੰ 8 ਵਜੇ ਤੋਂ ਸਿਵੇਂ ਸੈਣੀ 2 ਵਜੇ ਤੱਕ ਮਤਲਬ ਮੈਨੂੰ ਵੀ ਹੋਰ ਬੰਦੇ ਵੀ ਹੋਰ ਕਈ ਫੜੇ ਹੋਏ ਸੀਗੇ ਉਸ ਟਾਈਮ 'ਤੇ। ਸਾਨੂੰ ਤਾਂ ਪਤਾ ਨਹੀਂ ਸੀ ਮੇਰੇ, ਕਿਉਂਕਿ ਮੇਰੇ ਦਾ ਇੱਥੇ ਮਾਰ ਕੇ ਉਹਨਾਂ ਨੇ ਅੱਖਾਂ ਜਿਹੜੀਆਂ ਸੀਗੀਆਂ ਉਹ ਦਿਖਦਾ ਹੀ ਨਹੀਂ ਸੀ ਹੈਗਾ, ਇੰਨੀਆਂ ਅੱਖਾਂ ਦਿਖਦੀਆਂ ਸੀ ਮੈਨੂੰ, ਕੋਈ ਚੰਗੀ ਤਰ੍ਹਾਂ ਦਿਖਦਾ ਹੀ ਨਹੀਂ ਸੀ ਹੈਗਾ। ਅੱਛਾ ਜੀ। ਹਾਂ, ਉਹ ਇੱਥੇ ਅੱਖਾਂ ਮਾਰ ਕੇ ਨੀਲਾ ਕਰਤਾ ਸੀ ਸਾਰਾ, ਅਤੇ ਪੈਰਾਂ ਦੇ ਉੱਪਰ ਤਲੀਆਂ ਦੇ ਉੱਪਰ ਡੰਡੇ ਹਾਂ ਉਹ ਤੋੜਤੇ ਸੀ। ਹਾਂ, ਉਸ ਟਾਈਮ ਕਿਉਂਕਿ ਮੇਰਾ ਨਾਮ ਸੀ ਜਿਹੜਾ ਉਸ ਟਾਈਮ 'ਤੇ ਗਿਆਨੀ ਨਾਮ ਚੱਲਦਾ ਹੁੰਦਾ ਸੀ। ਉਹ ਗਿਆਨੀ ਨਾਮ 'ਤੇ ਜਦੋਂ ਮੁਹੰਮਦ ਮੁਸਤਫਾ ਨੂੰ ਪਤਾ ਲੱਗਿਆ SSP ਰੋਪੜ, ਉਹ ਵੀ ਉਸ ਟਾਈਮ 'ਤੇ 34 ਸੈਕਟਰ ਦੇ ਵਿੱਚ ਥਾਣੇ ਦੇ ਵਿੱਚ ਸੀਗੇ। ਉਹ ਕਹਿੰਦੇ ਉਹ ਮੇਰੇ 'ਤੇ ਸਟਾਰਟ ਹੋ ਗਏ, ਪਰ ਉਹਨਾਂ ਨੇ 2 ਡੰਡੇ ਪੂਰੇ ਮੇਰੇ ਪੈਰਾਂ ਪਰ ਤਲੀਆਂ ਪਰ ਤੋੜਤੇ। ਅੱਛਾ ਜੀ। ਹਾਂਜੀ, ਉਹ ਵੀ ਉਸੇ ਜਗ੍ਹਾ 'ਤੇ ਪਹੁੰਚੇ ਹੋਏ ਸੀ, ਕਿਉਂਕਿ ਜਿਹੜੇ ਰੋਪੜ ਨਾਲ ਸੰਬੰਧਿਤ ਸੀਗੇ ਉਹ ਰੋਪੜ SSP ਰੋਪੜ ਸੀਗੇ ਮੁਹੰਮਦ ਮੁਸਤਫਾ। ਤੇ ਉਹਨਾਂ ਨੇ ਜਾ ਕੇ ਵੀ ਟੌਰਚਰ ਕਰਿਆ। ਇਹ ਸ਼ਬਦਾਵਲੀ ਕਿਵੇਂ ਦੀ ਸੀ, ਤੇ ਜਦੋਂ ਮਤਲਬ ਕਿ ਟੌਰਚਰ ਕਰਦੇ ਆ ਤਾਂ ਸਮੇਤ ਸੈਣੀ ਦੀ ਸ਼ਬਦਾਵਲੀ ਕਿਵੇਂ ਦੀ ਰਹਿੰਦੀ ਹੈ ਜੀ? ਉਹ ਸ਼ਬਦਾਵਲੀ ਤਾਂ ਜੀ ਗਾਲਾਂ ਕੱਢਦਾ ਫੁੱਲ, ਮਾਇਆ ਭੈਣਾਂ ਦੀਆਂ ਸਾਰੀਆਂ ਗਾਲਾਂ ਕੱਢਣੀਆਂ। ਜੇ ਪੂਰਾ ਜੋਸ਼ ਹੁੰਦਾ ਸੀਗਾ, ਪੂਰੇ ਜੋਸ਼ ਦੇ ਵਿੱਚ ਕੁੱਟਦਾ ਸੀਗਾ ਸਮੇਤ ਸੈਣੀ। ਨਾਲ ਬਲਦੇਵ ਸੈਣੀ ਸੀਗਾ, ਬਲਦੇਵ ਸੈਣੀ ਥੋੜ੍ਹਾ ਘੱਟ ਹੱਥ ਚੱਕਦਾ ਸੀ, ਲੇਕਿਨ ਸਮੇਤ ਸੈਣੀ ਤਾਂ ਮਤਲਬ ਖੁਦ ਆਪ ਟੌਰਚਰ ਕਰਨ ਵਿੱਚ ਵਿਸ਼ਵਾਸ ਰੱਖਦਾ ਸੀ। ਅਤੇ ਇਹ ਜਿਹੜੇ ਦਾਅਵੇ ਆ ਜਾਂ ਇਹ ਖੁਲਾਸੇ ਆ, ਇਹ ਹੁਣ ਕਿਉਂ ਮਤਲਬ ਕਿ ਕਰ ਰਹੇ ਹੋ? ਜਦੋਂ ਤੁਸੀਂ ਰਿਹਾ ਹੋਏ ਹੋ, ਆਏ ਹੋ ਬਾਹਰ, ਤਾਂ ਉਸੇ ਵੇਲੇ ਤੁਸੀਂ ਦੋਸ਼ੀ ਪਾਏ ਗਏ ਹੋ ਜਾਂ ਬਰੀ ਹੋ ਕੇ ਆਏ ਹੋ ਜੀ? ਮੇਰੇ 'ਤੇ ਇਹਨਾਂ ਨੇ ਕੀ ਕਰਿਆ, ਮੈਨੂੰ ਸਮੇਤ ਸੈਣੀ ਚੰਡੀਗੜ੍ਹ ਜਿਹੜੀ ਪੁਲਿਸ ਨੇ ਨਜਾਇਜ਼ ਹਿਰਾਸਤ ਦੇ ਵਿੱਚ ਮੈਨੂੰ 14 ਤਰੀਕ ਤੱਕ ਆਪਣੇ ਕੋਲ ਰੱਖਿਆ। ਕਿੰਨੀ ਤਰੀਕ ਤੋਂ ਜੀ? 4 ਮਈ ਤੋਂ 14 ਮਈ ਤੱਕ ਨਜਾਇਜ਼ ਹਿਰਾਸਤ ਦੇ ਵਿੱਚ ਉੱਥੇ ਰੱਖਿਆ। 10 ਦਿਨ। ਹਾਂਜੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਮੈਨੂੰ ਰੋਪੜ ਪੁਲਿਸ ਦੇ ਹਵਾਲੇ ਕਰਤਾ ਸੀ। ਲੇਕਿਨ 4 ਮਈ ਤੋਂ ਬਾਅਦ ਜਿਹੜਾ ਤਸ਼ੱਦਦ ਹੋਇਆ ਹੈ, ਉਸ ਤੋਂ ਬਾਅਦ ਸਾਨੂੰ ਜਦੋਂ ਇਹਨਾਂ ਨੇ ਦੇਖ ਲਿਆ ਵੀ ਇਹ ਦਿੱਲੀ ਰਹਿੰਦੇ ਸੀਗੇ, ਸਾਡੀ ਡਾਇਰੀ 'ਤੇ ਪਤਾ ਲੱਗ ਗਿਆ ਇਹਨਾਂ ਨੂੰ, ਗੁਰਮੀਤ ਸਿੰਘ ਰੋਪੜ ਕੋਲ ਡਾਇਰੀ ਸੀਗੀ, ਉਹ ਜਦੋਂ ਕੋਡ ਖੋਲ੍ਹ ਲਏ ਤਾਂ ਫਿਰ ਇਹਨਾਂ ਨੇ ਉੱਥੇ ਉਸ ਜਗ੍ਹਾ 'ਤੇ ਮਤਲਬ ਰੇਡ ਕਰੀ। 7 ਤਰੀਕ ਨੂੰ ਇੱਥੋਂ ਚੱਲੇ ਉਹ, ਬਲਦੇਵ ਸੈਣੀ ਦੀ ਅਗਵਾਈ ਦੇ ਵਿੱਚ ਪੁਲਿਸ ਗਈ ਸੀ ਸਾਰੀ, ਬੁਲਟ ਪ੍ਰੂਫ ਜੈਕਟਾਂ ਜੁਕਟਾਂ ਲੈ ਕੇ। ਉੱਥੋਂ ਫਿਰ ਸਾਡੇ ਨਾਲ ਦਾ ਜਿਹੜਾ ਤੀਸਰਾ ਬੰਦਾ ਤੁਹਾਨੂੰ ਪਹਿਲਾਂ ਜ਼ਿਕਰ ਕਰਿਆ ਸੀ ਮੈਂ, ਪਰਮਿੰਦਰ ਸਿੰਘ ਬੋਸ। ਹਾਂਜੀ। ਪਰਮਿੰਦਰ ਸਿੰਘ ਬੋਸ, ਇੱਕ ਅਮਰਜੀਤ ਸਿੰਘ ਬਹਾਦਰਪੁਰ ਇੱਥੇ ਉਹ ਫੜਿਆ ਗਿਆ ਉੱਥੋਂ ਮੌਕੇ ਪਰ। ਇੱਕ ਬਿੱਟੂ ਮੁੰਡਾ ਸੀਗਾ, ਉਹ ਟੈਕਸੀ ਚਲਾਉਂਦਾ ਸੀ। ਇਹ ਅਮਰਜੀਤ ਵੀ ਟੈਕਸੀ ਚਲਾਉਂਦਾ ਸੀ, ਟੈਕਸੀਆਂ ਵਾਲਾ ਦਾ ਕੰਮ ਸੀ ਉਹਦਾ। ਅਤੇ ਉਹ ਬਿੱਟੂ ਸੀਗਾ ਫੂਲ ਪਿੰਡ ਤੋਂ, ਉਹ ਉੱਥੇ ਤੋਂ ਫੜ ਕੇ ਚੱਕ ਕੇ ਮਤਲਬ ਇੱਥੇ ਲਿਆਂਦੇ 8 ਤਰੀਕ ਨੂੰ, ਉਹ ਵੀ CIA ਸਟਾਫ 11 ਸੈਕਟਰ। ਅੱਛਾ ਜੀ। ਫਿਰ ਉਸ ਤੋਂ ਬਾਅਦ ਮਤਲਬ ਜਿਹੜੇ ਬਾਕੀ ਬੰਦੇ ਸੀਗੇ ਉਹਨਾਂ 'ਤੇ ਵੀ ਤਸ਼ੱਦਦ ਹੋਇਆ, ਲੇਕਿਨ ਪਰਮਿੰਦਰ ਸਿੰਘ ਬੋਸ, ਉਹਦਾ ਨਾਮ ਰਾਜਾ ਵੀ ਸੀ, ਉਹ ਦਿੱਲੀ ਰਹੇ ਵੀ ਆ। ਉਹਦੇ 'ਤੇ ਉਹ ਕਿਉਂਕਿ ਉਹ ਖੁਦ ਪਹਿਲਾਂ ਪਾਕਿਸਤਾਨ ਟ੍ਰੇਨਿੰਗ ਕਰੀ ਹੋਈ ਸੀ ਉਹਨੇ। ਅੱਛਾ ਜੀ। ਇਸ ਕਰਕੇ ਉਹਦੇ 'ਤੇ ਮਤਲਬ ਤਸ਼ੱਦਦ ਬਹੁਤ ਜ਼ਿਆਦਾ ਉਹਨਾਂ ਨੇ ਕਰਿਆ। ਅਤੇ ਤਸ਼ੱਦਦ ਕਰਦੇ ਸਾਨੂੰ ਕਈ ਦਿਨ ਜਦੋਂ ਹੋ ਗਏ ਤਾਂ ਸਾਨੂੰ 2 ਕੁ ਵਾਰ ਇਹ ਇਨਕਾਊਂਟਰ ਵਾਸਤੇ ਵੀ ਬਾਹਰ ਲੈ ਕੇ ਗਏ ਆ ਨਦੀ ਦੇ ਵਿੱਚ। ਅੱਛਾ ਜੀ। ਉਹ ਪਤਾ ਨਹੀਂ ਕੀ ਗੱਲ ਹੋਈ, ਸਾਨੂੰ ਦੋਵਾਂ ਨੂੰ ਇਹਨਾਂ ਨੇ ਇਨਕਾਊਂਟਰ ਵਾਸਤੇ ਪੂਰੀ ਤਿਆਰੀ ਦੇ ਨਾਲ ਲੈ ਕੇ ਗਏ ਆ। ਹਾਈ ਕੋਰਟ ਦੀ ਮਾਨਯੋਗ ਹਾਈ ਕੋਰਟ ਦੀ ਰੇਡ ਹੋ ਗਈ ਸ਼ਾਇਦ, ਉਸ ਤੋਂ ਬਾਅਦ ਇਹਨਾਂ ਦਾ ਫਿਰ ਵਾਇਰਲੈਸ ਆ ਗਈ ਸੀ ਵੀ ਇਨਕਾਊਂਟਰ ਨਾ ਕਰਿਓ, ਅਤੇ ਫਿਰ ਉਹ ਵਾਪਸ ਲਿਆਏ। ਤੁਹਾਨੂੰ ਕੀ ਲੱਗਦਾ ਸੀ ਵੀ ਹੁਣ ਇਹ ਤਸ਼ੱਦਦ ਹੋ ਰਿਹਾ ਵੀ ਮਾਰ ਕੇ ਛੱਡਣਗੇ? ਸਾਨੂੰ ਤਾਂ ਪੂਰਾ ਹੀ ਪਤਾ ਸੀਗਾ ਵੀ ਇਹਨਾਂ ਨੇ ਮਾਰਨਾ ਹੀ ਆ। ਹੁਣ ਜੇ ਅਸੀਂ ਫੜੇ ਨਾ ਜਾਈਏ, ਜੇ ਹੁਣ ਉਹ ਮਾਰਤੇ ਜਿਹੜੇ ਨਾਲ ਵਾਲੇ, ਜੇ ਅਸੀਂ ਫੜੇ ਗਏ ਤਸ਼ੱਦਦ ਦੇ ਬਾਅਦ ਮਾਰ ਦੇਣਗੇ, ਬਈ ਮਾਰਨਾ ਹੀ ਆ। ਅਤੇ ਉਸ ਵੇਲੇ ਜਦੋਂ ਇਸ ਤਰ੍ਹਾਂ ਦਾ ਹੁੰਦਾ ਸੀ ਤਾਂ ਸਰਕਾਰ ਕੋਈ ਸਾਥ ਨਹੀਂ ਸੀ ਦਿੰਦੀ ਬਈ ਨਹੀਂ, ਜਾਂ ਪੁਲਿਸ ਨੂੰ ਕੋਈ ਫਿਟਕਾਰ ਨਹੀਂ ਸੀ ਜੀ? ਸਰਕਾਰ ਤਾਂ ਖੁਦ ਤਸ਼ੱਦਦ ਦੇ ਵਿੱਚ ਸ਼ਾਮਲ ਹੁੰਦੀ ਸੀਗੀ ਜੀ, ਕਿਉਂਕਿ ਸਰਕਾਰ ਦੇ ਹੀ ਆਰਡਰਾਂ ਦੇ ਨਾਲ ਇਹ ਜਿਹੜੇ SSP ਸਪੈਸ਼ਲ ਜਿਹੜੇ ਕਾਤਲ SSP ਸੀਗੇ ਅਤੇ ਕਾਤਲ ਥਾਣੇਦਾਰ ਜਾਂ DSP ਹੁੰਦੇ ਸੀਗੇ, ਉਹ ਲਾਏ ਜਾਂਦੇ ਸੀ। ਜਿਹੜਾ ਸ਼ਰੀਫ ਬੰਦਾ ਸੀ ਉਹਨੂੰ ਲਾਇਆ ਨਹੀਂ ਸੀ ਜਾਂਦਾ,
ਬਲਕਿ ਸ਼ਰੀਫ ਪੁਲਿਸ ਵਾਲਿਆਂ ਤਾਂ ਕਈ, ਜੇ ਤੁਸੀਂ ਇਤਿਹਾਸ ਨੂੰ ਫੋਲੋ ਦੇਖੋ ਕਾਗਜ਼ਾਂ ਨੂੰ, ਤਾਂ ਪੁਲਿਸ ਵਾਲੇ ਖੁਦ ਕਈ ਮਾਰੇ ਗਏ ਆ ਉੱਥੇ। ਸਮੇਤ ਸੈਣੀ ਨੇ ਵੀ ਪੁਲਿਸ ਵਾਲੇ ਮਾਰੇ ਆ। ਅੱਛਾ ਜੀ। ਹਾਂਜੀ, ਸਮੇਤ ਸੈਣੀ ਨੇ ਵੀ ਪੁਲਿਸ ਵਾਲੇ ਮਾਰੇ ਆ। ਇਹ ਦਾਵਾ ਕਿਵੇਂ, ਮਤਲਬ ਕਿ ਇਹ ਉੱਥੇ CIA ਸਟਾਫ ਦੇ ਵਿੱਚ ਹੀ, ਉੱਥੇ ਹੀ ਸਾਨੂੰ ਮਤਲਬ 2 ਮੁੰਡੇ ਚੱਕੇ ਸੀਗੇ। ਉਹ ਸਾਨੂੰ ਉਸ ਟਾਈਮ ਪਤਾ ਲੱਗਿਆ ਵੀ ਉਹ ਪੁਲਿਸ ਵਾਲੇ ਆ। ਕੁਝ ਦਿਨਾਂ ਬਾਅਦ ਹੀ ਮਤਲਬ ਉੱਥੇ ਜਦੋਂ ਪੁਲਿਸ ਵਾਲੇ ਆਪਸ ਵਿੱਚ ਗੱਲ ਕਰਦੇ ਸੀ, ਸਾਨੂੰ ਪਤਾ ਲੱਗਿਆ ਸੀ ਵੀ ਉਹ ਮਾਰਤੇ। ਅੱਛਾ। ਹਾਂਜੀ। ਤੇ ਇੰਨਾ ਜ਼ਾਲਮਾਨਾ ਤਰੀਕਾ। ਤੇ ਪਰਮਿੰਦਰ ਸਿੰਘ ਬੋਸ ਦੀ ਤੁਸੀਂ ਗੱਲ ਕਰਦੇ ਹੋ, ਤਸ਼ੱਦਦ ਹੋਇਆ, ਤੇ ਉਹਨਾਂ ਦਾ ਬਣਿਆ ਕੀ ਹੈ ਫਿਰ ਅੱਗੇ? ਸਾਡੇ ਜਦੋਂ ਸਾਨੂੰ ਇਕੱਠਾ ਤਸ਼ੱਦਦ ਕਰ ਰਹੇ ਸੀ, ਇੱਕ ਦਿਨ ਕੀ ਹੋਇਆ, ਇਹਨੇ ਮਾਇਆ ਭੈਣਾਂ ਦੀਆਂ ਗਾਲਾਂ ਕੱਢਤੀਆਂ ਤੇ ਉਹਦੇ ਕੁਦਰਤੀ ਹੱਥ ਖੁੱਲੇ ਸੀਗੇ। ਪਹਿਲਾਂ ਹੱਥ ਬੰਨੇ ਵੀ ਹੁੰਦੇ ਸੀ ਸਾਡੇ, ਉਹ ਕੁਦਰਤੀ ਹੱਥ ਖੁੱਲੇ ਸੀ। ਉਹਨੇ ਸੈਣੀ ਸਾਹਿਬ ਦੇ ਮਾਰਤੀ ਚਪੇੜ, ਬੌਸ ਨੇ। ਹਾਂਜੀ। ਅੱਛਾ ਜੀ। ਚਪੇੜ ਮਾਰੀ ਤਾਂ ਉਸੇ ਟਾਈਮ ਉਹਦੀਆਂ ਦੋਵੇਂ ਬਾਹਾਂ ਜਿਹੜੀਆਂ ਤੋੜਤੀਆਂ ਸੀਗੀਆਂ। ਅੱਛਾ ਜੀ। ਬਾਹਾਂ ਤੋੜਤੀਆਂ ਤੇ ਉਹਦੇ ਬਾਅਦ ਉਹਨੂੰ ਕਿਹਾ ਵੀ ਬਾਹਾਂ ਦਾ ਪੁੱਤ ਤੇਰੀਆਂ ਮੈਂ ਤੋੜਤੀਆਂ ਹੁਣ, ਪਰ ਤੈਨੂੰ ਇਹ ਚੰਗੀ ਤਰ੍ਹਾਂ ਵੱਢ ਕੇ ਗੇਰੂੰਗਾ ਹੁਣ। ਅੱਛਾ। ਤੈਨੂੰ ਛੱਡਣਾ ਨਹੀਂ ਹੈ। ਤੁਹਾਡੀਆਂ ਅੱਖਾਂ ਮੂਹਰੇ, ਤੁਹਾਡੇ ਕੰਨਾਂ ਨੇ ਸੁਣੀ ਇਹ ਗੱਲ? ਬਿਲਕੁਲ ਜੀ। ਸਾਨੂੰ ਇਕੱਠਿਆਂ ਨੂੰ ਇਹ ਤਸ਼ੱਦਦ ਕਰਦੇ, ਇਕੱਠੇ ਹੀ ਫੜੇ, ਇੱਕ ਤਰ੍ਹਾਂ ਦੀ ਇਕੱਠੇ ਹੀ ਫੜੇ ਗਏ ਸੀ, ਇਕੱਠੇ ਹੀ ਰਹਿੰਦੇ ਸੀਗੇ ਤੇ ਇਕੱਠੇ ਹੀ ਸਾਰਾ ਕੁਝ ਹੋਇਆ। ਵਾਕਿਆ ਤਾਂ ਜਦੋਂ ਉੱਥੋਂ ਬਲਦੇਵ ਸਿੰਘ ਸੈਣੀ, ਦਿੱਲੀ ਪੁਲਿਸ ਦਾ ਕੋਈ ਬੰਦਾ ਉਹਨਾਂ ਨੇ ਬੁਲਾਇਆ ਨਹੀਂ, ਜਦ ਕਿ ਇੱਥੋਂ ਜਦੋਂ ਰੇਡ ਕਰਨ ਗਏ ਆ ਉਹ, ਉਹਨਾਂ ਨੂੰ ਦਿੱਲੀ ਪੁਲਿਸ ਵਿੱਚ ਸ਼ਾਮਲ ਕਰਨੀ ਚਾਹੀਦੀ ਸੀ ਕਾਨੂੰਨੀ ਤੌਰ 'ਤੇ। ਲੇਕਿਨ ਉਹਨਾਂ ਨੇ ਕਿਆ ਕਰਿਆ, ਨਹਿਰੂ ਨਗਰ ਗਏ, ਤਰਸੇਮ ਸਿੰਘ ਦਾ ਉੱਥੇ ਮਕਾਨ ਸੀ, ਦਰਿਆਫਤ ਕਰ ਸਕਦੇ ਆ ਉਸ ਜਗ੍ਹਾ 'ਤੇ। ਮਤਲਬ ਉੱਥੇ ਤੇ ਜਦੋਂ ਚੱਕ ਕੇ ਲੈ ਕੇ ਆਏ ਨਾਲ, ਉਹ ਉਸ ਟਾਈਮ ਤੋਂ ਲੈ ਕੇ ਲਗਾਤਾਰ ਅਸੀਂ ਮਤਲਬ ਕਈ ਦਿਨ, ਤੁਸੀਂ ਇਹ ਮੰਨ ਕੇ ਚੱਲੋ ਵੀ 11-12 ਤਰੀਕ ਤੱਕ ਅਸੀਂ, ਉਹ ਤਰੀਕਾਂ ਦਾ ਦੇਖੋ ਅੰਦਰ ਉੱਥੇ ਪਤਾ ਵੀ ਨਹੀਂ ਸੀ ਲੱਗਦਾ ਹੈਗਾ। ਅੰਦਰ ਇੰਨੇ ਉਹਦੇ 'ਚ ਘੋਰ, ਉਹਦੇ 'ਚ ਸਾਨੂੰ ਤਰੀਕਾਂ ਦਾ ਪਤਾ ਵੀ ਨਹੀਂ ਸੀ ਲੱਗਦਾ ਹੈਗਾ। ਜਾਣੀ ਆਈਡੀਆ ਦੇ ਨਾਲ 11 ਜਾਂ 10 ਜਾਂ 11 ਤਰੀਕ ਨੂੰ ਸਾਡੇ ਜਦੋਂ ਤਸ਼ੱਦਦ ਕਰ ਰਹੇ ਸੀ, ਉਸ ਟਾਈਮ ਦਾ ਵਾਕਿਆ ਤਾਂ ਇਹ। ਉਸ ਟਾਈਮ ਸਾਨੂੰ ਇਕੱਠਿਆਂ ਨੂੰ ਹੀ ਤਸ਼ੱਦਦ ਕਰ ਰਹੇ ਸੀ। ਦੋਵੇਂ ਕੁਰਸੀਆਂ ਪਰ ਬੰਨੇ ਹੋਏ ਸੀ ਅਸੀਂ। ਮਤਲਬ ਇਹਦੀਆਂ ਕੁਦਰਤੀ ਬਾਹਾਂ ਖੁੱਲੀਆਂ ਸੀਗੀਆਂ, ਇੱਥੇ ਨੀਚੇ 'ਤੇ ਵੀ ਬੰਨ੍ਹ ਦਿੰਦੇ ਸੀ ਨਾ, ਤੇ ਉਹ ਬਾਹਾਂ ਖੁੱਲੀਆਂ ਸੀ। ਇਹਨੇ ਮਤਲਬ ਥੋੜ੍ਹੀ ਜਿਹੀ ਦੂਰੀ 'ਤੇ ਸੀਗਾ, ਇਹਨੇ ਥੱਪੜ ਮਾਰਤਾ ਤੇ ਉਸ ਤੋਂ ਬਾਅਦ ਇਹਦੀਆਂ ਨਾਲ ਦੀ ਨਾਲ ਇਹਨੇ ਪੁਲਿਸ ਵਾਲੇ ਬੁਲਾਏ, ਬਾਹਾਂ ਤੋੜਤੀਆਂ ਉਹਦੀਆਂ ਇਸ ਜਗ੍ਹਾ ਤੋਂ। ਤੇ ਫਿਰ ਉਸ ਤੋਂ ਬਾਅਦ ਉਹਨੇ ਕਿਹਾ ਸੀ ਵੀ ਤੈਨੂੰ ਮੈਂ ਵੱਢ ਕੇ ਘੇਰੂੰਗਾ, ਜਿਹੜਾ ਕਿ ਬਾਅਦ 'ਚ ਜਦੋਂ ਅਸੀਂ ਜੇਲ੍ਹ ਵਿੱਚ ਚਲੇ ਗਏ, ਕਿਉਂਕਿ ਮੈਨੂੰ ਕੁਛ ਦਿਨਾਂ ਬਾਅਦ ਰੋਪੜ ਪੁਲਿਸ ਲੈ ਕੇ ਆ ਗਈ ਸੀ। ਰੋਪੜ ਪੁਲਿਸ ਨੇ ਮੈਨੂੰ ਨਜਾਇਜ਼ ਤੌਰ 'ਤੇ ਕਾਫੀ ਟਾਈਮ ਰੱਖਿਆ। ਮੈਨੂੰ 3 ਜੂਨ ਨੂੰ ਅਦਾਲਤ ਦੇ ਵਿੱਚ ਪੇਸ਼ ਕਰਿਆ ਸੀ। 4 ਮਈ 1991 ਨੂੰ ਫੜਿਆ ਹੋਇਆ, 3 ਜੂਨ 1991 ਨੂੰ ਰੋਪੜ ਪੁਲਿਸ ਨੇ ਮੈਨੂੰ ਇੱਥੇ ਆਪਣੇ ਕੰਧਿਆਂ ਪਰ ਚੱਕ ਕੇ ਲਿਜਾ ਕੇ ਪੇਸ਼ ਕਰਿਆ ਸੀਗਾ ਜੱਜ ਸਾਹਿਬ ਦੇ ਕੋਲ। ਜੱਜ ਸਾਹਿਬ ਨੇ ਵੀ ਮੇਰੇ ਹਾਲਾਤ ਦੇਖੇ ਤਾਂ ਮੇਰਾ ਮੁੜ ਕੇ ਰਿਮਾਂਡ ਵੀ ਨਹੀਂ ਸੀ ਦਿੱਤਾ ਉਹਨਾਂ ਨੇ। ਤੇ ਫਿਰ ਬਾਅਦ ਵਿੱਚ ਜਾ ਕੇ ਪਤਾ ਚੱਲਿਆ ਕਿ ਉਹ ਮਤਲਬ ਜਿਹੜਾ ਅਸੀਂ ਪਰਮਿੰਦਰ ਸਿੰਘ ਬੌਸ ਸੀਗਾ, ਉਹ ਇਹਨਾਂ ਨੇ ਵੱਢ ਕੇ ਲੱਤਾਂ ਬਾਹਾਂ ਵੱਢ ਕੇ ਉਹਦੀਆਂ ਗੇਰਤਾ ਸੀ। ਤੇ ਇਸ ਸਬੰਧ ਦੇ ਵਿੱਚ ਮੁਹੰਮਦ ਮੁਸਤਫਾ ਜੀ ਤੇ ਉੱਧਰ ਸਮੇਤ ਸੈਣੀ ਦਾ ਆਪਸ ਵਿੱਚ ਤਕਰਾਰ ਵੀ ਹੋਇਆ। ਉਹ ਲਾਸ਼ ਚੱਕ ਕੇ ਰੋਪੜ 'ਚ ਗੇਰ ਜਾਂਦੇ ਸੀ, ਰੋਪੜ ਵਾਲੇ ਚੱਕ ਕੇ ਉਹ ਲਾਸ਼ ਜਿਹੜੀ ਆ ਚੰਡੀਗੜ੍ਹ ਦੇ 'ਚ ਗੇਰ ਦਿੰਦੇ ਸੀ। ਕਾਫੀ ਤਕਰਾਰ ਹੋਇਆ, ਇਹਨਾਂ ਦੋਵੇਂ SSPਆਂ ਦਾ ਤਕਰਾਰ ਹੋਇਆ। ਇਹ ਰਿਕਾਰਡ ਵਿੱਚ ਵੀ ਹੋਏਗਾ, ਇਹ ਬਿਲਕੁਲ ਰਿਕਾਰਡ ਵਿੱਚ ਹੋਏਗਾ, ਕਿਉਂਕਿ ਮੈਂ ਤਾਂ ਉਸ ਟਾਈਮ ਨਾਭਾ ਜੇਲ੍ਹ ਵਿੱਚ ਸੀਗਾ ਜਦੋਂ ਇਹ ਦਾ ਵਾਕਿਆ ਦਾ, ਜਦੋਂ ਸਾਨੂੰ ਪਤਾ ਲੱਗਿਆ ਵੀ ਪਰਮਿੰਦਰ ਸਿੰਘ ਬੌਸ ਆ ਜਿਹੜਾ ਉਹ ਫੜਿਆ ਗਿਆ ਹੈ, ਮਾਰ ਦਿੱਤਾ ਗਿਆ ਹੈ, ਤਾਂ ਸਾਨੂੰ ਮਤਲਬ ਮੈਂ ਨਾਭਾ ਜੇਲ੍ਹ ਵਿੱਚ ਸੀ। ਨਾਭਾ ਜੇਲ੍ਹ ਵਿੱਚ ਹੀ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਸੀ। ਪਰਿਵਾਰ ਨੂੰ ਇਹੀ ਦੱਸਿਆ ਗਿਆ ਵੀ ਪਰਮਿੰਦਰ ਸਿੰਘ ਬੌਸ ਮਾਰਿਆ ਗਿਆ, ਜਾਂ ਪਰਿਵਾਰ ਨੂੰ ਅਜੇ ਤੱਕ ਪਤਾ ਨਹੀਂ ਹੈ? ਪਰਿਵਾਰ ਨੂੰ ਤਾਂ ਇਹਨਾਂ ਨੇ ਮੇਰੇ ਹਿਸਾਬ ਦੇ ਨਾਲ, ਮੈਨੂੰ ਪਰਿਵਾਰ ਦੇ ਨਾਲ ਕਦੇ ਮੇਰੇ ਸੰਬੰਧ ਮਤਲਬ ਕਦੇ ਮਿਲੇ ਨਹੀਂ ਅਸੀਂ ਆਪਸ ਵਿੱਚ, ਕਿਉਂਕਿ ਮੈਂ ਉਸ ਦਿਨ ਤੋਂ ਬਾਅਦ 4 ਮਈ 1991 ਤੋਂ ਬਾਅਦ ਲਗਾਤਾਰ 8 ਸਾਲ ਜੇਲ੍ਹ 'ਚ ਰਿਹਾ ਜੀ। ਪਹਿਲਾਂ ਮੈਂ ਨਾਭਾ ਜੇਲ੍ਹ ਰਿਹਾ, ਫਿਰ ਮੇਰਾ ਰਜਿੰਦਰਾ ਹਸਪੀਟਲ ਲੱਤਾਂ ਦਾ ਇਲਾਜ ਕਰਵਾਉਣ ਲੈ ਕੇ ਆਉਂਦੇ ਰਹੇ, ਮੈਂ ਰਜਿੰਦਰਾ ਹਸਪੀਟਲ ਵਿੱਚ ਐਡਮਿਟ ਵੀ ਰਿਹਾ। ਫਿਰ ਉਸ ਤੋਂ ਬਾਅਦ ਮੇਰਾ 23 ਅਗਸਤ ਜਾਂ 25 ਅਗਸਤ 1992 ਨੂੰ ਇੱਥੋਂ ਚਲਾਨ ਪੈ ਗਿਆ ਸੀ ਦਿੱਲੀ ਦਾ। ਦਿੱਲੀ 'ਤੇ ਸਾਡੇ 'ਤੇ ਇਹਨਾਂ ਨੇ ਇੱਕ ਕੋਈ RP ਗੁਪਤਾ ਸੀਗਾ, ਉਹਦਾ ਕੇਸ ਪਾਇਆ ਸੀ ਤੇ 3-4 ਟਾੜਾ ਐਕਟ ਲਾਈ ਸੀ। ਉਸ ਸੰਬੰਧ 'ਚ ਮੇਰਾ ਇੱਥੇ ਲੈ ਕੇ ਗਏ ਸੀ ਰਿਮਾਂਡ। ਠੀਕ ਹੈ। ਹਾਂ, ਇਸ ਵਾਕਿਆ ਨੂੰ ਇੱਕ ਗੁਰਮੀਤ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਸੀ, ਮਹਿਤੇ ਚਾਵਲੇ ਦਾ ਪ੍ਰਧਾਨ ਸੀਗਾ ਦਿੱਲੀ ਦਾ,
ਉਹ ਵੀ ਸਾਡੇ ਨਾਲ ਫੜ ਹੋਇਆ ਵਾ ਸੀ। ਤੇ ਇੱਕ ਬੀਬੀ ਨਿਰਪ੍ਰੀਤ ਕੌਰ, ਉਹ ਰੋਸ਼ਨ ਲਾਲ ਬਰਾਗੀ ਦੇ ਘਰ ਵਾਲੀ, ਹਾਂਜੀ, ਉਹ ਇਹਨਾਂ ਨੇ ਸੈਣੀ ਨੇ ਚੱਕੇ ਸੀਗੇ ਆਪਣਾ ਪੰਜੌਰ ਗਾਰਡਨ ਤੋਂ। ਉਹ ਵੀ ਨਾਲ ਸੀਗੇ ਜੀ ਸਾਡੇ। ਉਹ ਗੁਰਮੀਤ ਸਿੰਘ ਜਿਹੜਾ ਸੀ, ਉਹ ਮੇਰੇ ਨਾਲ ਮੁਕੱਦਮੇਬਾਰ ਰਿਹਾ ਉੱਥੇ। ਜਿਹੜਾ ਕਤਲ ਦਾ ਕੇਸ ਸੀਗਾ ਸਾਡੇ 'ਤੇ ਪਾਇਆ, ਉਹਦੇ ਵਿੱਚ ਗੁਰਮੀਤ ਸਿੰਘ ਜਿਹੜਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਸੀ, ਜਿਹੜਾ ਇੱਥੇ ਵੀ ਰਿਹਾ ਹੈ, ਉਹ ਪੁਰਾਣਾ ਵੀ ਪਰਮਿੰਦਰ ਸਿੰਘ ਬੌਂਸ ਨੂੰ ਜਾਣਦਾ ਸੀਗਾ। ਅਤੇ ਉਹ ਵੀ ਮਤਲਬ ਨਾਲ ਸੀਗਾ ਇੱਥੇ। ਇਸ ਉਹਦੇ 'ਚ ਇਕੱਲਾ ਮੈਂ ਗਵਾਹ ਨਹੀਂ ਹੈਗਾ, ਇਹਦੇ ਵਿੱਚ ਗੁਰਮੀਤ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਿਹੜਾ ਪ੍ਰਧਾਨ ਦਿੱਲੀ ਯੂਨਿਟ ਦਾ ਸੀਗਾ, ਉਹ ਬੀਬੀ ਨਿਰਪ੍ਰੀਤ ਕੌਰ ਜੀ, ਰੋਸ਼ਨ ਲਾਲ ਬਰਾਗੀ ਕਾਫੀ ਤਕੜਾ ਖਾੜਕੂ ਹੋਇਆ, ਉਹਦੀ ਘਰ ਵਾਲੀ ਸੀਗੀ, ਉਹ ਸੀਗੀ ਸਾਡੇ ਨਾਲ। ਫਿਰ ਅਮਰਜੀਤ ਸਿੰਘ ਬਹਾਦਰਪੁਰ ਵਾਲਾ। ਫਿਰ ਇਸ ਤੋਂ ਬਾਅਦ ਤੁਸੀਂ ਦੇਖੋ ਆਪਣਾ ਇਹ ਬਿੱਟੂ ਆ, ਮੁੰਡਾ ਬਿੱਟੂ ਆ, ਮੈਂ ਪੂਰਾ ਨਾਂ ਨਹੀਂ ਜਾਣਦਾ, ਉਹਦਾ ਪਿੰਡ ਇਹ ਆਪਣਾ ਫੂਲ ਖੁਰਦ। ਅਤੇ ਫਿਰ ਇੱਕ ਆਪਣਾ ਜਿਹੜਾ ਜਰਨੈਲ ਸਿੰਘ ਕਕਰਾਲੀ ਵਾਲਾ, ਉਹ ਵੀ ਸਾਡੇ ਉੱਥੇ ਨਾਲ ਸੀਗਾ। ਉਹ ਹੁਣ ਠੀਕ ਹੈ? ਉਹ ਵੀ ਆ ਗਏ ਹੋਏ ਆ? ਇਹ ਸਾਰੇ ਜੀਵਤ ਆ ਜੀ। ਹਾਂ, ਇਹ ਜੀਵਤ ਆ। ਕਈਆਂ ਨੂੰ ਕੇਸ ਪਾ ਕੇ ਉਹ ਕਰਤਾ ਸੀ, ਕਈਆਂ 'ਤੇ ਵੈਸੇ ਮਤਲਬ ਤਸ਼ੱਦਦ ਕਰਨ ਦੇ ਬਾਅਦ ਛੱਡਤੇ ਸੀਗੇ। ਜੇ ਹੁਣ ਤੁਹਾਨੂੰ ਮਤਲਬ ਕਿ ਕਿਉਂਕਿ ਇਹ ਤਸ਼ੱਦਦ ਦੀ ਤੁਸੀਂ ਕਹਾਣੀ ਦੱਸਦੇ ਹੋ, ਸਮੇਤ ਸੈਣੀ ਦੇ ਨਾਲ ਜੋੜਦੇ ਹੋ, ਤਾਂ ਜੋ ਬਲਵੰਤ ਸਿੰਘ ਮੁਲਤਾਨੀ ਦਾ ਕੇਸ ਆ, ਉਹਦੇ ਵਿੱਚ ਵੀ ਇਹੀ ਪਤਾ ਲੱਗਦਾ ਵੀ ਇਹ ਇੱਕ ਕਾਤਲ ਦੇ ਤੌਰ 'ਤੇ ਵੇਖਿਆ ਜਾ ਰਿਹਾ ਅਤੇ ਬਹੁਤ ਜ਼ਿਆਦਾ ਟੌਰਚਰ ਕੀਤਾ, ਇਹ ਵੀ ਗੱਲਾਂ ਆ ਰਹੀਆਂ, ਪਰ ਤੁਸੀਂ ਅੱਖੀਂ ਵੇਖੀਆਂ ਹੋਈਆਂ ਨੇ। ਅਤੇ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੇ ਨਾਲ ਗਵਾਹ ਬਣਾਉਣਾ ਚਾਹੁੰਦਾ ਹੋਵੇ ਵਕੀਲ, ਜਾਂ ਫਿਰ ਤੁਹਾਡੇ ਬਿਆਨ ਸਰਕਾਰੀ ਤੌਰ 'ਤੇ ਵੀ ਲਿਖਣੇ ਹੋਣ, ਤਾਂ ਤੁਸੀਂ ਤਿਆਰ ਹੋ? ਦੇਖੋ, ਜਿਹੜਾ ਸਾਡੇ ਅਸੀਂ ਹੱਡੀ ਹਢਾਇਆ ਜਾਂ ਦੇਖਿਆ ਹੈ, ਉਹਦੇ ਵਿੱਚ ਗਵਾਹ ਜੇ ਕੋਈ ਸੰਸਥਾ ਕੋਈ ਇਨਵੈਸਟੀਗੇਟ ਕਰੂੰਗੀ ਕੇਸ ਨੂੰ, ਉਹਦੇ 'ਚ ਗਵਾਹ ਬਣਨਾ ਤਾਂ ਬਣਨਾ ਹੀ ਚਾਹੀਦਾ ਵੈਸੇ ਤਾਂ। ਮੈਂ ਵੀ ਬਣੂੰਗਾ, ਔਰ ਹੋਰ ਜਿਹੜੇ ਜਿੰਨੇ ਬੰਦੇ ਹੈਗੇ ਸੀਗੇ ਉਸ ਜਗ੍ਹਾ ਦੇ ਵਿੱਚ ਮੌਜੂਦ, ਉਹ ਵੀ ਬਣਨਗੇ ਗਵਾਹ ਤਾਂ। ਗਵਾਹ ਤਾਂ ਇਹ ਆ ਵੀ ਜੇ ਵੱਡੀ ਜਾਂਚ ਕੋਈ ਹੋਵੇ, ਕੋਈ ਸਿੱਟ ਬੈਠੇ, ਕੋਈ ਜੱਜਾਂ ਦੀ ਕਮੇਟੀ ਬੈਠੇ, ਜਾਂ ਕੋਈ CBI ਦੀ ਕੋਈ ਇਨਕੁਆਇਰੀ ਹੋਵੇ, ਉਹਦੇ ਵਿੱਚ ਬੈਠ ਕੇ ਫਾਇਦਾ। ਜੇ ਕਈ ਵਾਰ ਕਿਆ ਹੁੰਦਾ ਜੀ, ਲੋਕ ਗਵਾਹ ਕਿਉਂ ਨਹੀਂ ਬਣਦੇ, SSP ਦੀ ਇਨਕੁਆਇਰੀ ਸਬ ਇੰਸਪੈਕਟਰ ਨੂੰ ਦੇ ਦਿੰਦੇ ਆ। ਉਹ ਸਬ ਇੰਸਪੈਕਟਰ ਨੇ SSP ਦੀ ਇਨਕੁਆਇਰੀ ਕਿਆ ਕਰਨੀ ਆ? ਉਹ ਤਾਂ ਉਹਦਾ ਪੁਲਿਸ ਦੇ ਹੱਕ ਦੇ ਵਿੱਚ ਹੀ ਕਰਨੀ ਆ। ਫਿਰ ਕਿਆ ਬੰਦਾ ਗਵਾਹ ਬਣ ਜਾਏਗਾ? ਜੇ CBI ਜਾਂਚ ਕਰਦੀ ਆ ਜਾਂ ਜੁਡੀਸ਼ੀਅਲ ਕਮਿਸ਼ਨ ਕੋਈ ਜਾਂਚ ਕਰਦਾ ਹੈ, ਫਿਰ ਬਿਲਕੁਲ ਅਸੀਂ ਸੱਚੀ ਗੱਲ ਕਹਿਣੀ ਆ, ਸੱਚੀ ਗੱਲ ਬਿਲਕੁਲ ਕਵਾਂਗੇ। ਅਸੀਂ ਆਪਣੇ ਪਿੰਡੇ ਉੱਪਰ ਤਸ਼ੱਦਦ ਹਟਾਇਆ, ਨਾਲ ਦੇ ਸਾਥੀ ਸਾਡੇ ਧੱਕੇ ਦੇ ਨਾਲ ਮਾਰੇ ਗਏ ਆ, ਕਤਲ ਕਰੇ ਗਏ ਆ, ਤਸ਼ੱਦਦ ਵੀ ਹੋਇਆ, ਕਤਲ ਵੀ ਹੋਇਆ, ਔਰ ਨਜਾਇਜ਼ ਹੋਏ ਆ। ਕਿਸੇ ਕੋਲ ਕੋਈ ਹਥਿਆਰ ਨਹੀਂ ਸੀ ਸਾਡੇ ਕੋਲ, ਜਦ ਕਿ ਸਾਨੂੰ ਫੜਿਆ ਜਾ ਸਕਦਾ ਸੀ। ਫੜ ਕੇ ਸਾਨੂੰ ਕੋਰਟਾਂ ਕਚਹਿਰੀਆਂ ਦੇ ਜੋ ਕਿਸੇ ਵੀ ਬੰਦੇ 'ਤੇ ਇਲਜ਼ਾਮ ਬਣਦਾ ਸੀਗਾ, ਉਹ ਜੱਜ ਮਾਨਯੋਗ ਅਦਾਲਤਾਂ ਸਾਹਮਣੇ ਆਪਣਾ ਚਲਾਨ ਪੇਸ਼ ਕਰਦੇ, ਜੇਲ੍ਹਾਂ 'ਚ ਭੇਜਦੇ। ਜੇ ਕੋਈ ਛੁੱਟਦਾ ਜਾਂ ਸਜ਼ਾ ਹੁੰਦੀ, ਉਹ ਤਾਂ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਨਾ। ਇਹ ਇਹਨਾਂ ਨੇ ਕਤਲੋਗਰਦ ਕਰੀ ਆ। ਉਹ ਕਤਲੋਗਰਦ ਦੇ ਖਿਲਾਫ ਬੋਲਣਾ ਸਾਡਾ ਫਰਜ਼ ਬਣਦਾ, ਔਰ ਅਸੀਂ ਬਿਲਕੁਲ ਬੋਲਾਂਗੇ। ਠੀਕ ਹੈ। ਅਤੇ ਜਿਵੇਂ ਤੁਸੀਂ ਤਸ਼ੱਦਦ ਤੁਹਾਡੇ 'ਤੇ ਉਸ ਟਾਈਮ ਹੋਇਆ, ਤਾਂ ਉਸ ਤਸ਼ੱਦਦ ਦੀ ਪੀੜਾ ਤੁਸੀਂ ਅੱਜ ਵੀ ਸਹਿ ਰਹੇ ਹੋ? ਕਿਸੇ ਤਰ੍ਹਾਂ ਦੀ ਦੁੱਖ ਤਕਲੀਫ? ਆ ਮੇਰੀਆਂ ਜਿਹੜੀਆਂ ਲੱਤਾਂ ਹੈ, ਤੁਸੀਂ ਆਪ ਹੱਥ ਲਾ ਕੇ ਦੇਖੋ, ਇਹ ਮਾਸ ਸੀਗਾ, ਇੱਕ ਹੱਡੀ ਨੀਚੇ ਹੁੰਦੀ ਆ, ਇੱਕ ਇਹਨਾਂ ਨੇ ਮੇਰੇ ਤਸ਼ੱਦਦ ਦੇ ਨਾਲ ਹੱਡੀਆਂ, ਇਹ ਦੋ ਹੱਡੀਆਂ ਹੁਣ ਮੇਰੀਆਂ। ਹਾਂ, ਇਹ ਲੱਤਾਂ ਮੇਰੀਆਂ ਇਹਦੇ ਤੋਂ ਜ਼ਿਆਦਾ ਮੁੜਦੀਆਂ ਨਹੀਂ ਹੈਗੀਆਂ। ਮੈਂ ਪੈਰਾਂ ਭਾਰ ਨਹੀਂ ਬੈਠ ਸਕਦਾ, ਮੈਂ ਜ਼ਿਆਦਾ ਤੋਰਾ ਨਹੀਂ ਕਰ ਸਕਦਾ, ਮੈਂ ਵੱਧ ਤੋਂ ਵੱਧ 3-4 ਕਿਲੋਮੀਟਰ ਚੱਲ ਸਕਦਾ ਜੀ। ਉਸ ਤੋਂ ਬਾਅਦ ਮੇਰਾ ਜਿਹੜੀਆਂ ਲੱਤਾਂ ਜਵਾਬ ਦੇ ਦਿੰਦੀਆਂ, ਝੂਠੀਆਂ ਪੈ ਜਾਂਦੀਆਂ ਲੱਤਾਂ। ਅਤੇ ਇਹ ਜਿਹੜੇ ਸਾਡੇ ਮੁੰਡੇ ਸੀਗੇ, ਮੁੰਡੇ ਇਹ ਕੱਢ ਦਿੰਦੇ ਸੀਗੇ। ਮੇਰਾ ਇੱਕ ਚੂਲਾ ਕੱਢਤਾ ਸੀਗਾ, ਫਿਰ ਚੜ੍ਹਾ ਦਿੱਤਾ ਸੀ। ਉਸ ਤੋਂ ਬਾਅਦ ਮੈਨੂੰ ਰੋਪੜ ਲਿਆਏ। ਰੋਪੜ ਮੈਨੂੰ ਮੁਹੰਮਦ ਮੁਸਤਫਾ ਜੀ ਨੇ ਤਾਂ ਮੈਨੂੰ ਕੁਛ ਨਹੀਂ ਕਿਹਾ। ਇੱਥੇ ਸੀਗੇ ਬਸਰਾ ਸਾਹਿਬ, SS ਬਸਰਾ ਹੁੰਦੇ ਸੀ, ਸੁਤੰਤਰਪਾਲ ਸਿੰਘ ਬਸਰਾ, ਉਹਨਾਂ ਨੇ ਮੇਰੇ 'ਤੇ ਤਸ਼ੱਦਦ ਕਰਿਆ 3-4 ਦਿਨ। ਉਸ ਤੋਂ ਬਾਅਦ ਫਿਰ ਮੇਰੇ ਹਾਲਤ ਇੰਨੇ ਮਾੜੇ ਸੀਗੇ, ਫਿਰ ਥੋੜ੍ਹਾ ਬਹੁਤਾ ਮਤਲਬ ਕਰਕੇ ਇਹਨਾਂ ਨੇ ਮੈਨੂੰ ਗੇਰ ਦਿੰਦੇ ਸੀਗੇ। ਇੱਦਾਂ ਹੀ CI ਸਟਾਫ ਦੇ ਵਿੱਚ ਗੇਰ ਦਿੰਦੇ ਸੀ।
ਜਦੋਂ ਮੈਨੂੰ ਥਾਣੇ ਦੇ ਚ ਲੈ ਕੇ ਆਏ, ਜਦੋਂ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਪੇਸ਼ ਕਰਨਾ ਮੈਨੂੰ ਅਦਾਲਤ ਦੇ ਵਿੱਚ, ਉਸ ਟਾਈਮ ਤੱਕ ਮੇਰੀਆਂ ਜਿਹੜੀਆਂ ਕੇਸ ਆ ਇਹਦੀਆਂ ਜਟਾਂ ਬਣ ਗਈਆਂ ਸੀਗੀਆਂ। ਸਰਦਾਰ ਲੱਖਾ ਸਿੰਘ ਸੀਗਾ ਇੱਥੇ ਇੰਸਪੈਕਟਰ ਸਿਟੀ ਦਾ, ਸਿਟੀ ਇੰਸਪੈਕਟਰ ਲੱਖਾ ਸਿੰਘ ਨੂੰ ਮੈਂ ਬੇਨਤੀ ਕਰੀ, ਮੇਰੇ ਖਿਆਲ ਦੇ ਨਾਲ ਸਾਧੂ ਸਿੰਘ ਇੱਥੇ ਮੁਨਸ਼ੀ ਸੀ, ਸਾਧੂ ਸਿੰਘ ਨੂੰ ਮੈਂ ਕਿਹਾ ਵੀ ਮੇਰੇ ਵਾਲ ਹੋਏ, ਉਹਨੇ ਮੈਨੂੰ ਗਾਲਾਂ ਗੂਲਾਂ ਕੱਢੀਆਂ ਅਤੇ ਮੈਂ ਲੱਖਾ ਸਿੰਘ ਨੂੰ ਬੇਨਤੀ ਕਰੀ, ਮੈਂ ਕਿਹਾ ਜੀ ਮੇਰੇ ਤਾਂ ਜਿਹੜੇ ਵਾਲ ਆ ਬਹੁਤ ਉਹ ਹੋਏ ਪਿਆ, ਜਟਾਂ ਬਣ ਗਈਆਂ। ਫਿਰ ਉਹਨੇ ਮੇਰੇ ਵਾਲ ਦੇਖੇ, ਫਿਰ ਉਹਨੇ ਖੁਦ ਕਹਿ ਕੇ ਮੈਨੂੰ ਕਿਹਾ ਵੀ ਨਾ ਹੋ, ਫਿਰ ਇੱਦਾਂ ਬੁਰੀ ਤਰ੍ਹਾਂ ਤੋੜ ਤੋੜ ਕੇ ਫਿਰ ਜਾ ਕੇ ਕਿਤੇ ਇਹ ਜਟਾਂ ਮੇਰੀਆਂ ਠੀਕ ਹੋਈਆਂ ਸੀਗੀਆਂ। ਕਿਉਂਕਿ 1 ਮਹੀਨਾ ਗਰਮੀ ਦਾ, ਉਹ ਵੀ 4 ਮਈ 1991 ਤੋਂ ਲੈ ਕੇ 3 ਜੂਨ 1991 ਤੱਕ ਨਜਾਇਜ਼ ਹਿਰਾਸਤ ਵਿੱਚ ਰਹਿਣਾ, ਉਹ ਵੀ ਬਿਨਾਂ ਕਿਸੇ ਸੁਵਿਧਾ ਤੋਂ, ਬਿਨਾਂ ਕੱਪੜਿਆਂ ਤੋਂ। ਕੱਪੜਿਆਂ ਦੇ ਗਵਾਹ ਤਾਂ ਮੇਰੇ ਇੱਥੇ ਅਮਰਜੀਤ ਸਿੰਘ ਜੌਲੀ ਆ, ਇਹ ਮੈਨੂੰ ਥਾਣੇ ਦੇ ਵਿੱਚ ਦੇਖਿਆ ਸੀ ਇਹਨਾਂ ਨੇ, ਕੱਪੜੇ ਮੇਰੇ ਤਨ 'ਤੇ ਨਹੀਂ ਸੀ ਹੈਗੇ। ਅੱਛਾ ਜੀ। ਹਾਂਜੀ, ਇੱਕ ਸਿਰਫ ਪੈਂਟ ਸੀਗੀ, ਬਾਕੀ ਹੋਰ ਤਨ 'ਤੇ ਨਾ ਸਿਰ 'ਤੇ ਕੱਪੜਾ ਸੀ ਨਾ ਉਹਦੇ 'ਤੇ ਸੀ। ਅਤੇ ਇਹਨਾਂ ਨੂੰ ਮੈਂ ਬੇਨਤੀ ਕਰੀ, ਮੈਂ ਕਿਹਾ ਮੇਰੇ ਘਰ ਤੱਕ ਕੋਈ ਸੁਨੇਹਾ ਪਹੁੰਚਾ ਦਿਓ। ਫਿਰ ਇਹਨਾਂ ਨੇ ਪਹੁੰਚਾਇਆ ਵੀ ਸੁਨੇਹਾ। ਚਲੋ ਉਹਨਾਂ ਨੇ ਚਾਰਾਜੋਈ ਕਰਕੇ ਘਰਦਿਆਂ ਨੇ ਮਾੜਾ ਮੋਟਾ ਚਲੋ ਸਾਨੂੰ ਇਹ ਆ ਵੀ ਕੋਰਟ ਦੇ ਵਿੱਚ ਪੇਸ਼ ਕਰਤਾ, ਨਹੀਂ ਤਾਂ ਪਤਾ ਨਹੀਂ ਕਿੰਨਾ ਟਾਈਮ ਹੋਰ ਨਜਾਇਜ਼ ਤਸ਼ੱਦਦ ਦੇ ਵਿੱਚ ਸਾਨੂੰ ਕੱਟਣਾ ਪੈਂਦਾ। ਅਤੇ ਇਹਦੇ ਵਿੱਚ ਮਤਲਬ ਕਿ ਤੁਸੀਂ ਇਹ ਕਿਸ ਤਰ੍ਹਾਂ ਦੇਖਦੇ ਹੋ, ਜਦੋਂ ਤੁਹਾਡੇ 'ਤੇ ਇੰਨਾ ਜ਼ਿਆਦਾ ਤਸ਼ੱਦਦ ਹੋਇਆ ਤਾਂ ਉਸ ਵੇਲੇ ਦੇ ਬਹੁਤ ਸਾਰੇ ਹੋਰ ਲੋਕਾਂ 'ਤੇ ਵੀ ਤਸ਼ੱਦਦ ਹੋਇਆ ਹੋਊਗਾ, ਅਤੇ ਮਤਲਬ ਕਿ ਉਹ ਜਿਉਂਦੇ ਵੀ ਹੋਣਗੇ, ਮਤਲਬ ਕਿ ਕੋਈ ਬੋਲਿਆ ਨਹੀਂ ਉਸ ਤਰ੍ਹਾਂ ਦਾ, ਕੋਈ ਉਸ ਸਮੇਂ ਤੋਂ ਬਾਅਦ ਕੁਛ ਸਮੇਂ ਤੱਕ ਮਨ ਦੇ ਵਿੱਚ ਕੋਈ ਡਰ ਰਿਹਾ। ਅਤੇ ਅੱਜ ਮਤਲਬ ਕਿ ਕਈ ਲੋਕ ਇਹ ਵੀ ਕਹਿਣਗੇ ਵੀ ਜਦੋਂ ਹੁਣ ਯਾਰ ਪਿੰਜਰੇ ਦੇ ਵਿੱਚ ਪੂਰੀ ਤਰ੍ਹਾਂ ਨਾਲ ਕੈਦ ਹੋ ਗਿਆ ਸੁਮੇਧ ਸੈਣੀ, ਤਾਂ ਬਹੁਤ ਸਾਰੇ ਲੋਕ ਅੱਗੇ ਆਉਣ ਲੱਗ ਗਏ ਨੇ। ਹਾਂਜੀ, ਗੱਲ ਇਹ ਹੈ ਜੀ, ਜਦੋਂ ਜੇਲ੍ਹ ਵਿੱਚ ਵੀ ਭੇਜ ਦਿੰਦੇ ਸੀ ਨਾ, ਹਾਂਜੀ, ਉੱਥੇ ਤੋਂ ਵੀ ਕੱਢ ਕੇ ਇਹ ਕਿਸੇ ਨਾ ਕਿਸੇ ਪ੍ਰੋਡਕਸ਼ਨ ਬਰਾਂਟ ਲਾ ਕੇ ਕਿਸੇ ਕੇਸ ਵਿੱਚ ਕੱਢ ਕੇ ਲਿਆ ਕੇ ਉਹਦਾ ਝੂਠਾ ਫੇਕ ਇਨਕਾਊਂਟਰ ਦਿਖਾ ਦਿੰਦੇ ਸੀ। ਬਹੁਤ ਉਦਾਹਰਨਾਂ ਹੈ ਇਹ, ਹਾਂ ਬਹੁਤ ਉਦਾਹਰਨਾਂ ਹੈ। ਮੇਰੇ ਹੁਣ ਕਈਆਂ ਦੇ ਨਾਮ ਯਾਦ ਨਹੀਂ। ਦਿੱਲੀ ਤਿਹਾੜ ਜੇਲ੍ਹ ਵਿੱਚ ਇੱਕ ਮੁੰਡਾ ਗੁਰਮੀਤ ਸਿੰਘ ਮੀਤਾ ਕਰਕੇ ਸੀਗਾ, ਉਹ ਥੋੜ੍ਹੇ ਦਿਨ ਰਿਹਾ ਸਾਡੇ ਨਾਲ ਉੱਥੇ। ਉਹਦੇ ਬਾਅਦ ਉਹਦਾ ਪ੍ਰੋਡਕਸ਼ਨ ਵਾਰੰਟ ਲਿਆਂਦਾ ਅੰਮ੍ਰਿਤਸਰ ਸਾਈਡ ਦੀ ਪੁਲਿਸ ਨੇ, ਕਿਸੇ ਨੇ ਵੀ ਉਹਦਾ ਭੱਜਿਆ ਹੋਇਆ ਦਿਖਾ ਕੇ ਮੁੜ ਕੇ ਇਨਕਾਊਂਟਰ ਕਰਕੇ ਉਹਨੂੰ ਮਾਰਤਾ। ਵੀ ਭੱਜਣ ਉਹਦੇ ਸਾਥੀ ਆਏ, ਸਾਥੀ ਛੁਡਾਉਣ ਵਾਸਤੇ ਕੋਸ਼ਿਸ਼ ਕਰੀ, ਸਾਡਾ 1 ਜਾਂ 2 ਮੁਲਾਜ਼ਮ, ਉਹ ਮੁਲਾਜ਼ਮ ਆਪਣੇ ਆਪ ਹੀ ਪੱਟੜ ਕਰਕੇ ਆਪ ਹੀ ਸ਼ੋਅ ਕਰ ਦਿੰਦੇ ਸੀ। ਕਿਉਂਕਿ ਜਿਹੜਾ SSP ਹੁੰਦੇ ਸੀਗੇ, ਉਹਨਾਂ ਨੇ ਤਾਂ ਆਰਡਰ ਚਾੜਨੇ ਹੁੰਦੇ ਸੀ, ਉਹਨਾਂ ਦੇ ਮੂੰਹ ਪੈਸਾ ਵੀ ਲੱਗ ਚੁੱਕਿਆ ਸੀ। ਤੁਸੀਂ ਗੁਰਮੀਤ ਸਿੰਘ ਪਿੰਕੀ, ਇੱਕ ਪੁਲਿਸ ਕੈਟ ਜਿਹਨੂੰ ਕਹਿੰਦੇ ਆ, ਉਹ ਪੁਲਿਸ ਦਾ ਇੱਕ ਹਿੱਸਾ ਸੀਗਾ, ਤੁਸੀਂ ਸ਼ਾਇਦ ਉਹਨਾਂ ਦੀ ਇੰਟਰਵਿਊ ਵੀ ਦੇਖੀ ਹੋਣੀ ਆ। ਉਹ ਖੁਦ ਕਹਿੰਦਾ, ਉਹ ਸਾਰਾ ਚਟੋਪਧਿਆਏ ਆ, PS ਗਿੱਲ ਆ, ਸੈਣੀ ਆ, ਕੋਈ ਵੀ ਸਾਰੇ ਜਿਨ੍ਹਾਂ ਬੰਦਿਆਂ ਨਾਲ ਉਹਨੇ ਕੰਮ ਕਰਿਆ, ਉਹਨੇ ਸਾਰਿਆਂ ਦੇ ਚਿੱਠੇ ਫੋਲੇ ਆ। ਜੇ ਕੋਈ ਸੰਸਥਾ ਆਪਣੀ ਜ਼ਮੀਰ ਨੂੰ ਜਿਉਂਦੀ ਜਾਗਦੀ ਸਮਝਦੀ ਆ, ਜੇ ਕੌਮ ਦਾ ਪੈਸਾ ਲੈ ਕੇ ਉਹ ਸਮਝਦੀ ਆ ਵੀ ਅਸੀਂ ਸਿੱਖ ਕੌਮ ਵਾਸਤੇ ਵਰਤਣਾ, ਮੈਂ ਚਾਹੁੰਦਾ ਵੀ ਉਹਨੂੰ ਵਿਟਨੈਸ ਦੇ ਤੌਰ 'ਤੇ ਲੈ ਕੇ, ਉਹਦੀਆਂ ਇੰਟਰਵਿਊਆਂ ਨੂੰ ਵਿਟਨੈਸ ਦੇ ਤੌਰ 'ਤੇ ਲੈ ਕੇ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਇੱਕ ਕੇਸ ਫਾਈਲ ਕਰਨਾ ਚਾਹੀਦਾ, ਜਿਹਦੇ ਵਿੱਚ ਉਹਨੂੰ ਗਵਾਹ ਬਣਾ ਕੇ ਔਰ ਸਾਰੇ ਜਿਹੜੀਆਂ ਉਹਦੀਆਂ ਮਤਲਬ ਸਾਰੀ ਇਨਕੁਆਰੀ ਆ, ਉਹ ਜੁਡੀਸ਼ੀਅਲ ਇਨਕੁਆਰੀ। CBI ਵੀ ਅੱਜ ਦੇ ਟਾਈਮ ਵਿੱਚ ਥੋੜ੍ਹੀ ਤੋਤਾ ਬਣੀ ਹੋਈ ਆ। CBI ਦਾ ਵੀ ਕ੍ਰੈਡੀਬਿਲਿਟੀ ਉਹ ਨਹੀਂ ਸਮਝੀ ਜਾ ਰਹੀ। ਸੈਂਟਰ ਦਾ ਤੋਤਾ ਮੋਦੀ ਸਾਹਿਬ ਦਾ ਤੋਤਾ ਕਹਿ ਰਹੇ ਲੋਕ ਤਾਂ। ਗੱਲ ਇਹ ਆ ਵੀ CBI ਦੀ ਕ੍ਰੈਡੀਬਿਲਿਟੀ ਵੀ ਡਾਊਨ ਹੋਈ ਆ। ਕੋਈ ਐਸਾ ਜੁਡੀਸ਼ੀਅਲ ਕਮਿਸ਼ਨ ਬਣੇ, ਸੁਪਰੀਮ ਕੋਰਟ ਆਫ ਇੰਡੀਆ ਬਣਾਵੇ, ਜਿਹਦੇ 'ਚ ਸੁਪਰੀਮ ਕੋਰਟ ਦਾ ਵੀ ਸਾਬਕਾ ਜੱਜ ਜਾਂ ਮੌਜੂਦਾ ਜੱਜ ਹੋਵੇ, 1-2 ਹਾਈ ਕੋਰਟ ਦੇ ਜੱਜ ਹੋਣ, ਉਹ ਇੱਕ ਕਰੇ ਸਾਰੇ ਪੰਜਾਬ ਦੇ ਵਿੱਚ ਜੋ ਕਤਲੋਗਾਰਦ ਹੋਇਆ ਸਭ ਪਤਾ ਲੱਗ ਜਾਏਗਾ ਜੀ। ਮੈਂ ਕਹਿੰਦਾ ਇਹਦੇ ਵਿੱਚ ਹੁਣ ਤੁਸੀਂ ਜਿਵੇਂ ਬੌਸ ਦੇ ਮਾਮਲੇ ਦੇ ਵਿੱਚ ਹੈ, ਤਾਂ ਤੁਹਾਨੂੰ ਇਨਸਾਫ ਦਿਵਾਉਣ ਦੇ ਲਈ ਕੁਝ ਆਪਣੇ ਵੱਲੋਂ ਵੀ ਪਰਿਵਾਰ ਨੂੰ ਮਿਲ ਕੇ ਜਾਂ ਕਰਨਾ ਚਾਹੀਦਾ, ਤਾਂ ਕਿ ਇੱਕ ਤਾਂ ਪਰਿਵਾਰ ਨੂੰ ਇਨਸਾਫ ਮਿਲੇਗਾ, ਦੂਜਾ ਇਹ ਵੀ ਹੈ ਜੀ ਵੀ ਜਿਹੜੇ DGP ਹੁਣ ਚਾਹੇ ਮੌਜੂਦਾ ਹੋਣਗੇ ਜਾਂ ਅੱਗੇ ਵੀ ਆਉਣਗੇ, ਤਾਂ ਉਹਨਾਂ ਨੂੰ ਪਤਾ ਵੀ ਹੋਵੇ ਵੀ ਜੇ ਸਰਕਾਰ ਦੇ ਕਹਿਣ 'ਤੇ ਵੀ ਆਪਾਂ ਨੇ ਤਸ਼ੱਦਦ ਕਰੇ ਆ ਜਾਂ ਕਰਨੇ ਆ, ਤਾਂ ਉਹਦੇ ਵਿੱਚ ਫਿਰ ਅੱਗੇ ਜਾ ਕੇ ਕੀ ਹਸ਼ਰ ਹੁੰਦਾ ਜੀ। ਮੈਨੂੰ ਪਰਮਿੰਦਰ ਸਿੰਘ ਬੌਸ ਦੇ ਪਰਿਵਾਰ ਦਾ ਤਾਂ ਪਤਾ ਨਹੀਂ ਵੀ ਕਿੱਥੇ ਆ। ਅੱਛਾ ਜੀ। ਹਾਂ, ਗੁਰਮੀਤ ਸਿੰਘ ਜਿਹੜਾ ਰੋਪੜ ਆ, ਹਾਂਜੀ, ਇਹਦਾ ਭਰਾ ਏ, ਇਹਦੇ ਭਰਾ ਨੂੰ ਜ਼ਰੂਰ ਮੈਂ ਕਹੂੰਗਾ ਕਿ ਵੀ ਭਾਈ ਦੇਖੋ ਗੱਲ ਪਤਾ ਕੀ ਆ,
ਅੱਜ ਦੇ ਟਾਈਮ ਵਿੱਚ ਵਕੀਲਾਂ ਦੀਆਂ ਫੀਸਾਂ ਦੇਣੀਆਂ ਵੀ ਬਹੁਤ ਔਖਾ ਕੰਮ ਆ। ਵਕੀਲਾਂ ਦੀਆਂ ਫੀਸਾਂ ਵੀ ਬਹੁਤ ਜ਼ਿਆਦਾ ਵੱਧ ਗਈਆਂ। ਪਹਿਲਾਂ ਹੁੰਦੀ ਸੀ ਜਦੋਂ ਮੈਂ ਸੁਪਰੀਮ ਕੋਰਟ ਆਫ ਇੰਡੀਆ 'ਚ ਜਸਟਿਸ RS ਸੋਢੀ ਜਿਹੜੇ ਹੋਏ ਆ, ਉਹ ਵਕੀਲ ਸੀਗੇ ਉਦੋਂ ਸੁਪਰੀਮ ਕੋਰਟ ਆਫ ਇੰਡੀਆ ਦੇ। ਮੈਂ ਜਵਾਨਤ ਲਵਾਈ ਸੀ, ਉਹਨਾਂ ਨੂੰ 14,000 ਰੁਪਇਆ ਫੀਸ ਦਿੱਤੀ ਸੀਗੀ। ਜੇ ਅੱਜ ਜਵਾਨਤ ਲਵਾਉਣੀ ਪੈ ਜਾਵੇ ਤਾਂ ਅੱਜ 2 ਲੱਖ 3 ਲੱਖ 5 ਲੱਖ ਇੱਦਾਂ ਲੱਗਦੀ ਹੈ। ਜੇ ਕੋਈ ਵਕੀਲ ਹੀ ਆ ਜਾਵੇ ਬਈ ਠੀਕ ਹੈ ਜੀ, ਜੇ ਤੁਸੀਂ ਸੱਚੇ ਹੋ ਤਾਂ ਮੈਂ ਕੇਸ ਲੜਨ ਨੂੰ ਤਿਆਰ ਹਾਂ ਮੁਫਤ। ਬਿਲਕੁਲ ਜੀ, ਅਸੀਂ ਖੁਦ ਪਾਰਟੀ ਬਣਨ ਨੂੰ ਤਿਆਰ ਹੋ ਜਾਵਾਂਗੇ। PIL ਲਾਉਣੀ ਚਾਹੁੰਦੇ ਆ, ਮੇਰੇ ਨਾਂ 'ਤੇ ਵੀ PIL ਲਾ ਦੇਵੇ ਚਾਹੇ। ਦੇਖੋ ਉਸ ਟਾਈਮ ਸਮੇਤ ਸੈਣੀ ਮੌਜੂਦਾ DGP ਰਿਹਾ ਹੈ ਜਾਂ ਮੌਜੂਦਾ ADGP ਰਿਹਾ ਹੈ। ਜਦੋਂ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਨੂੰ ਕਿਸੇ ਬੰਦੇ ਨੂੰ ਭੇਜ ਕੇ ਹਸਪੀਟਲ 'ਚ ਬੈਠਾ ਬੰਦਾ ਕਿਸੇ ਬੰਦੇ ਨੂੰ ਭੇਜ ਕੇ ਸਾਰੇ ਪਰਿਵਾਰ ਨੂੰ ਮਰਵਾ ਸਕਦਾ। ਚਰਨਜੀਤ ਸਿੰਘ ਚੰਨੀ ਦਾ ਭਰਾ ਪੁਲਿਸ ਦੇ ਵਿੱਚ ਸੀਗਾ, ਉਹਨੂੰ ਮਰਵਾ ਸਕਦਾ, ਤਾਂ ਸਾਨੂੰ ਮਰਵਾਉਣ ਨੂੰ ਕਿਹੜਾ ਟਾਈਮ ਲੱਗਣਾ ਸੀ? ਸਾਨੂੰ ਮਰਵਾਉਣ ਨੂੰ ਵੀ ਟਾਈਮ ਨਹੀਂ ਸੀ ਲੱਗਣਾ। ਦੇਖੋ ਗੱਲ ਇਹ ਆ ਵੀ ਇੱਕ ਸਿਸਟਮ ਆ, ਸਿਸਟਮ ਦਾ ਉਹ ਬਹੁਤ ਵੱਡਾ ਹੈੱਡ ਆ ਜੀ। ਜਦੋਂ ਉੱਥੇ ਜਿੱਥੇ ਉਸ ਜਗ੍ਹਾ 'ਤੇ ਬੈਠਾ, ਉਹਦੇ ਵਾਸਤੇ ਕਿਸੇ ਵੀ ਪੁਲਿਸ ਅਫਸਰ ਨੂੰ ਚੰਗੇ ਪੁਲਿਸ ਅਫਸਰ ਵੀ ਆ, ਮਾੜੇ ਪੁਲਿਸ ਅਫਸਰ ਵੀ ਆ, ਇਨਾਮ ਲੈਣ ਦੇ ਲਾਲਚੀ ਵੀ ਬਹੁਤ ਆ, ਫੀਤੀਆਂ ਲਵਾਉਣ ਦੇ ਲਾਲਚੀ ਵੀ ਬਹੁਤ ਆ। ਬਹੁਤ ਇਹੋ ਜਿਹੇ ਆ ਜਿਹੜੇ ਕਹਿੰਦੇ ਯਾਰ ਮੈਨੂੰ ਲਾਈਨ ਵਿੱਚ ਠੀਕ ਆ, ਮੈਂ ਪੁਲਿਸ ਲਾਈਨ ਵਿੱਚ। ਤੁਸੀਂ ਕਿਤੇ ਦੇਖਿਓ ਪੁਲਿਸ ਲਾਈਨ ਦੇ ਵਿੱਚ ਬਹੁਤ ਕਾਬਲ ਅਫਸਰ ਆ ਜਿਹੜੇ ਅੱਜ ਵੀ ਪੁਲਿਸ ਲਾਈਨਾਂ ਦੇ ਵਿੱਚ ਬੈਠੇ ਆ। ਬਹੁਤ ਇਹੋ ਜਿਹੇ ਅਫਸਰ ਹੈਗੇ ਆ ਜਿਹੜੇ ਥਾਣਿਆਂ ਦੇ ਵਿੱਚ ਆ, ਉਹਨਾਂ ਦੀਆਂ ਫੀਤੀਆਂ ਨਹੀਂ ਉਨੀਆਂ ਹੈਗੀਆਂ ਜਿੰਨੇ ਉਹ ਥਾਣਿਆਂ ਦੇ ਵਿੱਚ ਅੱਗੇ ਹੋ ਕੇ ਕਰਦੇ ਆ। ਬਿਲਕੁਲ ਸਹੀ ਗੱਲ ਹੈ। ਹਾਂ, ਇਸ ਕਰਕੇ ਸਮਾਂ ਇਹੋ ਜਿਹਾ ਸੀ ਭਿਅੰਕਰ ਵੀ ਅਸੀਂ ਵੀ ਬੋਲ ਨਹੀਂ ਸੀ ਸਕਦੇ, ਨਹੀਂ ਤਾਂ ਸਾਨੂੰ ਵੀ ਚੱਕ ਕੇ ਜਾਂ ਤਾਂ ਉਸ ਟਾਈਮ ਹੀ ਮਾਰ ਦਿੰਦੇ। ਜਦੋਂ ਹੁਣ ਜਦੋਂ ਇੰਨੇ ਸਾਲ ਜੇਲ੍ਹ ਕੱਟ ਲਈ, ਫਿਰ ਬੰਦਾ ਸੋਚਦਾ ਵੀ ਯਾਰ ਵੀ ਹੁਣ ਸੰਘਰਸ਼ ਵੀ ਫੇਲ ਹੋ ਗਿਆ, ਜਾਂ ਤਾਂ ਸਿੱਖ ਸੰਘਰਸ਼ ਚੱਲਦਾ ਹੁੰਦਾ, ਫਿਰ ਹੁੰਦਾ ਵੀ ਹਾਂ ਵੀ ਸਾਡੀ ਕੁਰਬਾਨੀ ਦਾ ਕੋਈ ਮੁੱਲ ਪੈਣਾ, ਵੀ ਅਸੀਂ ਸ਼ਹੀਦਾਂ ਦੀ ਗਿਣਤੀ 'ਚ ਆਵਾਂਗੇ। ਹੁਣ ਤਾਂ ਜਦੋਂ ਅਸੀਂ ਆਏ ਲੋਕਾਂ ਦੇ ਵਿੱਚ ਸਾਰਾ ਕੁਛ ਬਦਲ ਚੁੱਕਿਆ ਸੀ। 1999 'ਚ 8 ਸਾਲਾਂ ਦੇ 'ਚ ਅਸੀਂ ਕੁਛ ਅੰਦਰ ਬੈਠੇ ਕੁਛ ਹੋਰ ਸੋਚਦੇ ਸੀ, ਜਦੋਂ ਬਾਹਰ ਆ ਕੇ ਦੇਖਿਆ ਫਿਰ ਕੁਛ ਹੋਰ ਸੀਗਾ। ਫਿਰ ਉਹ ਸੋਚ ਕੇ ਫਿਰ ਅਸੀਂ ਵੀ ਚੁੱਪ ਰਹੇ ਆ। ਅੱਜ ਸਾਨੂੰ ਖੁਸ਼ੀ ਹੋਈ ਆ ਵੀ ਚਲੋ ਬਲਵੰਤ ਸਿੰਘ ਮਲਤਾਨੀ ਦਾ ਪਰਿਵਾਰ ਸੀ ਜਿਹੜਾ, ਜਾਂ ਉਹ ਬੀਬੀ GK ਮਾਨ ਆ ਜਿਹੜੀ ਐਡਵੋਕੇਟ ਆ, ਚਲੋ ਉਹਨਾਂ ਨੇ ਇਹ ਲੜਾਈ ਲੜੀ ਆ। ਕਿਸੇ ਨੂੰ ਰਾਹ ਮਿਲਿਆ ਕਿ ਅੱਗੇ ਹੋਰ ਪਟੀਸ਼ਨਾਂ ਲੱਗਣ, ਅੱਗੇ ਹੋਰ ਲੋਕ ਜਾਗਣ। ਇਕੱਲਾ ਸਮੇਤ ਸੈਣੀ ਨਹੀਂ, ਬਹੁਤ ਕਾਤਲ ਪੁਲਿਸ ਅਫਸਰ ਆ ਜਿਨ੍ਹਾਂ ਨੇ ਉਹ ਕਰਿਆ, ਸੰਧੂ ਜਵਾਨੀ ਦਾ ਘਾਣ ਕਰਿਆ ਜੀ। ਬਹੁਤ ਉਸ ਟਾਈਮ ਦੇ ਜਿਹੜੇ ਕਾਤਲ ਅਫਸਰ ਆ, ਕਈ ਰਿਟਾਇਰ ਹੋ ਗਏ, ਕਈ ਹੋਣ ਵਾਲੇ ਆ ਰਿਟਾਇਰ। ਲੇਕਿਨ ਇੱਕ ਸਿੱਖ ਕੌਮ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਕਿ ਅਸੀਂ ਸਬਕ ਜ਼ਰੂਰ ਸਿਖਾਈਏ ਤਾਂ ਕਿ ਸਾਡੀਆਂ ਨਸਲਾਂ ਜਿਹੜੀਆਂ ਅੱਗੇ ਵਾਸਤੇ ਇਹ ਨਾ ਹੋਵੇ ਕਿਤੇ ਦੱਬੂ ਕਿਸਮ ਦੀ ਨਸਲ ਰਹਿ ਜਾਵੇ। ਜਿੱਦਾਂ ਪੰਜਾਬੀਆਂ ਦੀ ਇਹ ਅਣਖ ਅਤੇ ਗੈਰਤ ਮਸ਼ਹੂਰ ਆ ਸਾਰੀ ਦੁਨੀਆ ਦੇ ਵਿੱਚ, ਇਹ ਰਹਿਣੀ ਚਾਹੀਦੀ ਆ। ਪਰਮਾਤਮਾ ਕਰੇ ਕੋਈ ਐਸੀਆਂ ਸੰਸਥਾਵਾਂ ਉੱਠਣ ਵੀ ਜਿਹੜੀਆਂ ਕੌਮ ਦਾ ਪੈਸਾ ਸਹੀ ਜਗ੍ਹਾ 'ਤੇ ਲਾ ਸਕਣ ਅਤੇ ਇਨਸਾਫ ਲੋਕਾਂ ਨੂੰ ਮਿਲੇ। ਇੱਦਾਂ ਹੀ ਮੈਂ ਚਾਹੁੰਦਾ ਹੈ ਵੀ ਕੋਈ ਨਾ ਕੋਈ ਇਹਨੂੰ ਅੱਗੇ ਹੋ ਕੇ, ਜਾਂ ਸਾਨੂੰ ਕੋਈ ਵਕੀਲ ਹੋ ਕੇ ਅੱਗੇ ਹੋ ਕੇ ਕਹੇ ਵੀ ਅਸੀਂ ਤੁਹਾਡਾ ਕੇਸ ਫ੍ਰੀ ਲੜਦੇ ਆ, ਤਾਂ ਅਸੀਂ ਵੀ ਇਹ ਲੜਾਈ ਜਿਹੜੀ ਆ, ਜਿਹੜਾ ਮੇਰਾ ਭਰਾਵਾਂ ਵਰਗਾ ਦੋਸਤ ਪਰਮਿੰਦਰ ਸਿੰਘ ਰਾਜਾ, ਗੁਰਮੀਤ ਸਿੰਘ, ਬਲਦੇਵ ਸਿੰਘ ਭੱਖੂ ਮਾਜਰਾ, ਅਤੇ ਇਹ ਜਿਹੜੇ ਬੰਦੇ ਆ ਇਹ ਧੱਕੇ ਦੇ ਨਾਲ ਕਤਲ ਕਰੇ ਗਏ ਆ, ਉਹਨਾਂ ਦਾ ਅਸੀਂ ਕੁਛ ਸਾਡੇ ਮਨ ਨੂੰ ਧਰਵਾਸ ਹੋਵੇ ਜਦੋਂ ਅਸੀਂ ਇਹ ਕੇਸ DGP ਸੈਣੀ ਪਰ ਜਾਂ ਹੋਰ ਜਿਹੜੇ ਦੋਸ਼ੀ ਇਹਦੇ ਵਿੱਚ ਪੁਲਿਸ ਅਫਸਰ ਸੀਗੇ ਉਹਨਾਂ ਪਰ ਪਵਾ ਸਕੀਏ ਜੀ। ਸੋ ਇਹ ਸਨ ਹਰਵਿੰਦਰ ਸਿੰਘ ਜੀ, ਜਿਹੜੇ ਗਵਾਹ ਨੇ। ਗਵਾਹੀ ਇਹ ਦਿੰਦੇ ਨੇ ਬਈ ਬਹੁਤ ਤਸ਼ੱਦਦ ਕੀਤਾ ਇਹਨਾਂ ਦੇ ਉੱਤੇ, ਅਤੇ 3 ਲੋਕਾਂ ਨੂੰ ਨਜਾਇਜ਼ ਤੌਰ 'ਤੇ ਮਾਰਿਆ ਗਿਆ, 2 ਦਾ ਐਨਕਾਊਂਟਰ ਕੀਤਾ ਗਿਆ। ਅਤੇ ਪਰਮਿੰਦਰ ਸਿੰਘ ਬੋਸ ਜਦੋਂ ਸੁਮੇਧ ਸੈਣੀ ਦੇ ਥੱਪੜ ਜੜਦਾ ਹੈ ਤਾਂ ਦਾਅਵਾ ਇਹ ਕੀਤਾ ਜਾਂਦਾ ਵੀ ਪਹਿਲਾਂ ਉਹਦੀਆਂ ਬਾਹਾਂ ਤੋੜੀਆਂ ਜਾਂਦੀਆਂ ਨੇ ਅਤੇ ਬਾਅਦ ਦੇ ਵਿੱਚ ਉਸ ਦੀਆਂ ਲੱਤਾਂ ਬਾਹਾਂ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਅਤੇ ਜੇਕਰ ਕੋਈ ਵੀ ਵਕੀਲ ਚਾਹੁੰਦਾ ਹੈ ਵੀ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਜਾਂ ਸੱਚ ਸਾਹਮਣੇ ਆਉਣਾ ਚਾਹੀਦਾ ਹੈ, ਤਾਂ ਉਹ ਹਰਵਿੰਦਰ ਸਿੰਘ ਜੀ ਦੇ ਨਾਲ ਰੂਪਨਗਰ ਦੇ ਵਿੱਚ ਰਹਿੰਦੇ ਨੇ, ਇਹਨਾਂ ਦੇ ਨਾਲ ਸੰਪਰਕ ਕਰ ਸਕਦਾ ਹੈ ਅਤੇ ਜੋ ਵੀ ਅੱਗੇ ਦੀ ਕਾਰਵਾਈ ਜਿਸ ਤਰ੍ਹਾਂ ਕਰਨੀ ਹੈਗੀ ਆ ਉਸ ਨੂੰ ਕੀਤਾ ਜਾ ਸਕਦਾ ਹੈ। ਪਰ ਦਾਅਵਾ ਇਹਨਾਂ ਦਾ ਬਹੁਤ ਵੱਡਾ ਹੈ ਅਤੇ ਇਸ ਦੇ ਨਾਲ
ਬਹੁਤ ਵੱਡੇ ਖੁਲਾਸੇ ਅਗਾਂਹ ਭਵਿੱਖ ਦੇ ਵਿੱਚ ਤਾਰ ਜੁੜਦੇ ਪਤਾ ਨਹੀਂ ਕਿੱਥੇ ਤੱਕ ਇਹ ਜਿਹੜੀ ਹੈਗੀ ਆ ਦੋਸ਼ੀ ਲੋਕ ਨੇ ਉਹ ਸਾਹਮਣੇ ਆ ਜਾਣ। ਸੋ ਇਸ ਬਾਰੇ ਜ਼ਰੂਰ ਕੁਝ ਨਾ ਕੁਝ ਹੋਣਾ ਚਾਹੀਦਾ। ਸੱਜਣ ਸਿੰਘ ਸੈਣੀ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਰੂਪਨਗਰ।